तुमरी शरण तुम्हारी आशा, तुम ही सज्जन सुहेले। राखो राखनहार दयाला, नानक घर के गोले। सो कहो टल गुर सेविय, अहनिस सहज सुपाए। दर्शन परसे है गुरु कह, जन्म मरण दुख जाए। होवे शिव तुख संबंधी, नूर अरसों कुरसों चट्टीय। तुध डिठै सच्चे पातशाह, मल जन्म जन्म दी कट्टीय। सज्जन सच्चा पातशाह, सिर शाहां दे साह। जिस पास बैठिया सोही है, सबना दा वेसा। वाहिगुरु जी पैरों बाणी भगत कबीर जी के। गंग गुसायन गहर गंभीर, जंजीर बांध कर खरे कबीर। गंग गुसायन गहर गंभीर, जंजीर बांध कर खरे कबीर। मन न डिगै तन काहे कौ डराए, चरण कमल चित रहो समाए। रहाओ गंगा की लहर मेरी टूटी जंजीर, मृगशाला पर बैठे कबीर। कह कबीर कह कबीर को संग न साथ, जल थल राखन है रघुनाथ। कह कबीर को संग न साथ, जल थल राखन है रघुनाथ। वाहिगुरु जी का खालसा, वाहिगुरु जी की फतेह। चावर छत्र तख्त दे मालिक, सर्ब कला समर्थ, जुगो जुग अटल सतगुरु साहिब श्री गुरु ग्रंथ साहिब जी की पावन पवित्र हजूरी विच सुभाईमान। परम सत्कार जो गुरु रूप खालसा साध संगत जीओ, वाहिगुरु जी की बख्शिश सदका अमृत वेले गुरु गोद विच बैठ के गुरबाणी कीर्तन का आनंद मानने का सुभाग प्राप्त होया है। गुरु के कीर्तनिया ने बड़े प्यार नाल आसा की वार का कीर्तन आप जी नूं सरवण कराया है। धन श्री गुरु ग्रंथ साहिब जी की पवित्र बाणी की विचार जो आप जी हर रोज सरवण करते हो, उस दे नाल संबंधित श्री मन भगत कबीर साहिब जी के ये पवित्र बचन भैरों राग विचों आप जी सरवण कर रहे सी। गुरु ग्रंथ साहिब जी की समुची बाणी सानू जीवन जाच प्रदान करती है। एक परम पिता वाहिगुरु जी के प्यार में जुड़ती है। दुनियावी तौर पर कर्म कांडां तो महिमा भरमा तो मुक्त करती है। ते गुरु ग्रंथ साहिब जी जिन्ना भी महापुरुषों की पवित्र बाणी है, भावें वो भगत जन ने, वो भावें भट्ट ने, वो गुरबाणी समुची नरोल परमात्मा की भाव भगती वाली है। गुरबाणी के कुछ शब्द जिन्हां दी शब्दावली नूं देख के सानू बहुत भुलेखा पै जाता है, तो उहदे जो सही अर्थ ने उन्हां तक साडी पहुँच नहीं होती। बाबा कबीर साहब जी का यह पवित्र शब्द बड़ा भावपूर्त है। शब्द के असली भाव नूं ना समझण तो बिना
ਅਸੀਂ ਕਈ ਤਰ੍ਹਾਂ ਦੀਆਂ ਕਰਾਮਾਤਕ ਸਾਖੀਆਂ ਜਿਹੜੀਆਂ ਨੇ ਉਹ ਬਾਣੀ ਦੇ ਨਾਲ ਜੋੜ ਲੈਂਦੇ ਹਾਂ। ਗੁਰਬਾਣੀ ਨੇ ਸਭ ਤੋਂ ਵੱਡੀ ਜੋ ਸਾਨੂੰ ਕਰਾਮਾਤ ਦਿੱਤੀ ਹੈ ਉਹ ਹੈ ਆਤਮਿਕ ਗੁਣਾਂ ਦੀ, ਉਹ ਹੈ ਪ੍ਰਭੂ ਭਗਤੀ ਦੀ। ਗੁਰਬਾਣੀ ਨੇ ਸਾਨੂੰ ਜ਼ਿੰਦਗੀ ਅੰਦਰ ਪ੍ਰਮਾਤਮਾ ਦੇ ਗੁਣ ਗਾ ਕੇ ਆਤਮਿਕ ਤੌਰ ਤੇ ਉੱਚੇ ਉੱਠਣ ਦੀ ਪ੍ਰੇਰਣਾ ਕੀਤੀ ਹੈ। ਬਾਬਾ ਕਬੀਰ ਸਾਹਿਬ ਜੀ ਦੇ ਇਹ ਜੋ ਪਵਿੱਤਰ ਸ਼ਬਦ ਨੇ, ਇਹਨਾਂ ਅੰਦਰ ਗੰਗਾ ਲਫ਼ਜ਼ ਆਇਆ ਹੈ, ਜੰਜੀਰ ਲਫ਼ਜ਼ ਆਇਆ ਹੈ, ਮਿਰਗਸ਼ਾਲਾ ਲਫ਼ਜ਼ ਆਇਆ ਹੈ। ਇਹ ਸਾਰੇ ਸ਼ਬਦਾਂ ਨੂੰ ਦੇਖ ਕੇ ਇੱਕ ਕਥਾ ਬਣ ਗਈ ਕਿ ਬਾਬਾ ਕਬੀਰ ਸਾਹਿਬ ਜੀ ਬਨਾਰਸ ਦੀ ਧਰਤੀ ਤੇ ਰਹਿੰਦੇ ਸਨ। ਜਦੋਂ ਉਹ ਸੱਚ ਦੀ ਆਵਾਜ਼ ਬੁਲੰਦ ਕਰਦੇ ਸਨ ਤਾਂ ਉਸ ਵੇਲੇ ਤੇ ਧਾਰਮਿਕ ਲੋਕ ਬਾਬਾ ਕਬੀਰ ਸਾਹਿਬ ਜੀ ਦੇ ਵਿਰੋਧੀ ਬਣ ਗਏ। ਹੋਰ ਭਗਤਾਂ ਦੀ ਜ਼ਿੰਦਗੀ ਨਾਲ ਵੀ ਇਹ ਘਟਨਾਵਾਂ ਜੁੜੀਆਂ ਨੇ, ਜਦੋਂ ਹਕੂਮਤ ਨੇ ਜਾਂ ਕਰਮਕਾਂਡੀ ਲੋਕਾਂ ਨੇ ਉਹਨਾਂ ਨੂੰ ਦੁਖੀ ਕਰਨ ਦਾ ਯਤਨ ਕੀਤਾ, ਉਹਨਾਂ ਦੇ ਉੱਪਰ ਜ਼ੋਰ ਜ਼ੁਲਮ ਕੀਤਾ। ਬਾਬਾ ਕਬੀਰ ਸਾਹਿਬ ਜੀ ਦੇ ਪ੍ਰਥਾਏ ਇਹ ਕਥਾ ਬਣ ਗਈ ਕਿ ਉਹਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਉਹਨਾਂ ਨੂੰ ਗੰਗਾ ਦਰਿਆ ਵਿੱਚ ਸੁੱਟ ਦਿੱਤਾ ਗਿਆ ਤੇ ਗੰਗਾ ਦਰਿਆ ਦੀ ਲਹਿਰ ਆਈ, ਉਹਨਾਂ ਦੀਆਂ ਜੰਜੀਰਾਂ ਟੁੱਟ ਗਈਆਂ। ਦੇਖੋ, ਪਾਣੀ ਕਿਸੇ ਵੀ ਦਰਿਆ ਦਾ ਹੋਵੇ, ਪਾਣੀ ਦਾ ਧਰਮ ਡੋਬਣਾ ਹੀ ਹੈ। ਜਿੱਥੋਂ ਤੱਕ ਗੱਲ ਗੰਗਾ ਦੀ ਹੈ, ਗੰਗਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਥਾਵਾਂ ਤੇ ਆਇਆ ਹੈ। ਗੰਗਾ ਹਿੰਦੂ ਮਤ ਦਾ ਇੱਕ ਤੀਰਥ ਸਥਾਨ ਹੈ, ਬੜੀ ਉਹਨਾਂ ਦੀ ਆਸਥਾ ਹੈ ਹਿੰਦੂ ਵੀਰਾਂ ਦੀ। ਪਰ ਬਾਬਾ ਕਬੀਰ ਸਾਹਿਬ ਜੀ ਨੇ ਜਿੱਥੋਂ ਤੱਕ ਗੰਗਾ ਦੇ ਪ੍ਰਥਾਏ ਕੁਝ ਬਚਨ ਕਹੇ ਨੇ, ਉਹ ਹੋਰ ਭਾਵ ਰੱਖਦੇ ਨੇ। ਗੰਗਾ ਕਈ ਲਫ਼ਜ਼ਾਂ ਚ ਆਈ ਹੈ, ਕਿਤੇ ਗੰਗਾ ਦਾ ਅਰਥ ਸੰਸਕ੍ਰਿਤੀ ਵੀ ਹੈ, ਜਿਵੇਂ ਉਲਟੀ ਗੰਗ ਵਹਾਇਓ ਜਾਂ ਹੋ ਰਿਓ ਗੰਗ ਵਹਾਇਓ। ਇਸ ਮੁੱਖ ਵਾਕ ਅੰਦਰ ਜੋ ਗੰਗਾ ਲਫ਼ਜ਼ ਹੈ, ਉਹ ਲਫ਼ਜ਼ ਬਾਹਰਲੀ ਗੰਗਾ ਦੇ ਰੂਪ ਵਿੱਚ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਜੋ ਉਪਦੇਸ਼ ਇਸ ਪਵਿੱਤਰ ਮੁੱਖ ਵਾਕ ਰਾਹੀਂ ਸਾਨੂੰ ਦੇ ਰਹੇ ਨੇ, ਆਓ ਆਪਾਂ ਮਿਲ ਕੇ ਭਗਤ ਜੀ ਦਾ ਇਹ ਮੁੱਖ ਵਾਕ ਵਿਚਾਰੀਏ, ਗੁਰੂ ਪਿਆਰ ਚ ਜੁੜੀਏ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੰਗ ਗੁਸਾਇਨ ਗਹਿਰ ਗੰਭੀਰ। ਭਗਤ ਜੀ ਦਾ ਇਹ ਪਵਿੱਤਰ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ 1162 ਅੰਕ ਤੇ ਅੰਕਿਤ ਹੈ। ਮੁੱਖ ਵਾਕ ਦੇ ਜੋ ਮੁੱਖ ਪੰਕਤੀਆਂ ਨੇ, ਮਨ ਨਾ ਡਿਗੇ ਤਨ ਕਾਹੇ ਕੋ ਡਲਾਏ। ਭਗਤ ਜੀ ਕਹਿੰਦੇ ਨੇ ਕਿ ਜੇ ਮਨੁੱਖ ਦਾ ਮਨ ਜਿਹੜਾ ਹੈ ਨਾ ਡਿਗੇ, ਮਨ ਸਥਿਰ ਰਹੇ, ਮਨ ਅਡੋਲ ਰਹੇ, ਮਨ ਤਗੜਾ ਰਹੇ, ਤੇ ਉਹਦੇ ਤਨ ਨੂੰ ਵੀ ਕੋਈ ਨਹੀਂ ਡੁਲਾ ਸਕਦਾ। ਮਨ ਕਰਕੇ ਜਿਹੜਾ ਮਨੁੱਖ ਕਮਜ਼ੋਰ ਹੈ ਨਾ, ਉਹ ਸਰੀਰਕ ਤੌਰ ਤੇ, ਭਾਈ ਸਾਹਿਬ ਗੱਲਾਂ ਨਾ ਕਰੋ, ਉਹ ਸਰੀਰਕ ਤੌਰ ਤੇ ਜਿੰਨਾ ਮਰਜ਼ੀ ਤਗੜਾ ਹੋਵੇ, ਉਹ ਮਨੁੱਖ ਦੁੱਖਾਂ ਵਿੱਚ ਘਬਰਾ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਕਿ ਮੇਰਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਸਮਾ ਗਿਆ ਹੈ। ਵਾਹਿਗੁਰੂ ਜੀ ਦੇ ਚਰਨ ਜਿਹੜੇ ਕਮਲ ਵਰਗੇ ਨੇ। ਵਾਹਿਗੁਰੂ ਜੀ ਦੇ ਚਰਨ ਕਿਹੜੇ ਨੇ? ਵਾਹਿਗੁਰੂ ਜੀ ਦੇ ਚਰਨ ਕੋਈ ਸਰੀਰਕ ਤਾਂ ਹੈ ਨਹੀਂ ਹੈ, ਇੱਥੇ ਸਰੀਰਕ ਦੀ ਗੱਲ ਕੀਤੀ ਨਹੀਂ ਹੈ। ਵਾਹਿਗੁਰੂ ਜੀ ਦੇ ਚਰਨ ਅੰਦਰ ਅਰਥ ਹੈ ਵਾਹਿਗੁਰੂ ਜੀ ਦੇ ਗੁਣ, ਵਾਹਿਗੁਰੂ ਜੀ ਦਾ ਨਾਮ। ਵਾਹਿਗੁਰੂ ਜੀ ਦੇ ਚਰਨਾਂ 'ਚ ਚਿੱਤ ਨੇ ਸਮਾਉਣਾ ਹੈ। ਚਿੱਤ ਨੂੰ ਗੁਣਾਂ ਦੀ ਲੋੜ ਹੈ, ਚਿੱਤ ਨੂੰ ਕਿਸੇ ਅਧਿਆਤਮਿਕ ਜਜ਼ਬੇ ਦੀ ਲੋੜ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ ਦੇ ਚਰਨ ਜਿਹੜੇ ਕਮਲ ਵਰਗੇ ਨੇ, ਕੋਮਲ ਨੇ, ਖਿੜੇ ਹੋਏ ਨੇ, ਸੁੰਦਰਤਾ ਦੇ ਪ੍ਰਤੀਕ ਨੇ। ਉਹ ਵਾਹਿਗੁਰੂ ਜੀ ਦੇ ਚਰਨ ਜਿਹੜੇ ਦੁਨੀਆ ਨੂੰ ਵੀ ਖੇੜਾ ਪ੍ਰਦਾਨ ਕਰਦੇ ਨੇ। ਮੇਰਾ ਚਿੱਤ, ਮੇਰੀ ਸੁਰਤ ਜਿਹੜੀ ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਮਾ ਗਈ, ਜਿਹੜੇ ਕਮਲ ਵਰਗੇ ਨੇ, ਪ੍ਰਮਾਤਮਾ ਦੇ ਚਰਨਾਂ 'ਚ। ਹੁਣ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਮੇਰਾ ਮਨ ਅਡੋਲ ਹੋ ਗਿਆ, ਤਗੜਾ ਹੋ ਗਿਆ। ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਮੈਨੂੰ ਡਰਾ ਨਹੀਂ ਸਕਦੀ। ਹੁਣ ਜੇ ਮਨ ਤਗੜਾ ਹੈ, ਮਨ ਨਹੀਂ ਡੋਲਦਾ, ਤੇ ਤਨ ਕਿਉਂ ਡੋਲੇਗਾ? ਤਨ ਵੀ ਕਦੀ ਡੋਲ ਨਹੀਂ ਸਕਦਾ। ਤੇ ਬਾਬਾ ਕਬੀਰ ਸਾਹਿਬ ਜੀ ਨੇ ਸ਼ੁਰੂ ਤੋਂ ਇੱਕ ਗੱਲ ਕਹੀ ਕਿ ਗੰਗ ਗੁਸਾਇਨ ਗਹਿਰ ਗੰਭੀਰ। ਗੰਗ ਮੈਣਾ ਗੰਗਾ, ਗੁਸਾਇਨ ਦਾ ਅਰਥ ਹੁੰਦਾ ਹੈ, ਗੁਸਾਈ ਤੋਂ ਲਫ਼ਜ਼ ਬਣਿਆ ਗੁਸਾਇਨ। ਗੁਸਾਇਨ ਗੁਸਾਈ ਦੀ ਘਰਵਾਲੀ ਨੂੰ ਵੀ ਕਿਹਾ ਜਾਂਦਾ ਹੈ, ਜਾਂ ਗੁਸਾਈ ਦੀ ਗੰਗਾ। ਗੰਗਾ ਲਫ਼ਜ਼ ਗੁਰਬਾਣੀ 'ਚ ਕਈ ਅਰਥਾਂ 'ਚ ਆਇਆ ਹੈ। ਜਿੱਥੇ ਗੰਗਾ
ਉਹ ਬਾਹਰੀ ਤੌਰ ਤੇ ਜੋ ਨਦੀ ਉਹਦੇ ਲਈ ਵੀ ਗੰਗਾ ਦਰਿਆ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਕਬੀਰ ਗੰਗਾ ਤੀਰ ਜੋ ਘਰ ਘਰ ਹੈ ਪੀਵੇ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਕਿ ਕੋਈ ਭਾਵੇਂ ਗੰਗਾ ਦੇ ਕੰਢੇ ਤੇ ਘਰ ਹੀ ਕਿਉਂ ਨਾ ਬਣਾ ਲੇ, ਗੰਗਾ ਦਾ ਪਾਣੀ ਪੀਵੇ, ਗੰਗਾ ਨਾਲ ਹੀ ਸਭ ਕੁਝ ਕਰੇ, ਪਰ ਜੇ ਉਹ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਤੇ ਉਹ ਦੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ। ਇੱਥੇ ਬਾਬਾ ਕਬੀਰ ਸਾਹਿਬ ਜੀ ਨੇ ਜੋ ਗੰਗਾ ਲਫ਼ਜ਼ ਵਰਤਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੰਗਾ ਦੇ ਇੱਕ ਥਾਂ ਤੇ ਹੋਰ ਵੀ ਅਰਥ ਆਏ ਨੇ। ਗੰਗਾ ਜਲ ਗੁਰ ਗੋਬਿੰਦ ਨਾਮ, ਕਿ ਪ੍ਰਮਾਤਮਾ ਦਾ ਨਾਮ ਹੀ ਸਾਡੇ ਲਈ ਗੰਗਾ ਦਾ ਪਾਣੀ ਹੈ। ਪ੍ਰਮਾਤਮਾ ਦੇ ਨਾਮ ਨੂੰ ਵੀ ਗੰਗਾ ਦੇ ਪਾਣੀ ਨਾਲ ਤੁਲਨਾ ਦਿੱਤੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਗੰਗ ਗੁਸਾਇਨ ਗਹਿਰ ਗੰਭੀਰ, ਜੋ ਪ੍ਰਮਾਤਮਾ ਦੇ ਨਾਮ ਦੀ ਗੰਗਾ ਹੈ ਉਹ ਬੜੀ ਗਹਿਰੀ ਹੈ, ਉਹ ਬੜੀ ਗੰਭੀਰ ਹੈ। ਪਰਮਾਤਮਾ ਦੇ ਨਾਮ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ, ਉਹਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ ਪਾ ਸਕਿਆ। ਪਰਮਾਤਮਾ ਦਾ ਨਾਮ ਕਿੰਨਾ ਮਹਾਨ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਪੜ੍ਹੀ ਹੈ, ਨਾਮ ਦੀ ਹੀ ਚਰਚਾ ਹੈ। ਨਾਮ ਦੇ ਰਾਹੀਂ ਸਾਰਾ ਜਗਤ ਬਣਿਆ। ਗੁਰਬਾਣੀ ਕਹਿੰਦੀ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀ ਕੋ ਥਾਉ। ਪਰਮਾਤਮਾ ਦੇ ਨਾਮ ਦੀ ਜਿਹੜੀ ਗੰਗਾ ਹੈ ਉਹ ਬੜੀ ਗਹਿਰੀ ਹੈ, ਉਹ ਬੜੀ ਗੰਭੀਰ ਹੈ। ਜੰਜੀਰ ਬਾਂਧ ਕਰ ਖੜੇ ਕਬੀਰ, ਜੰਜੀਰ ਲਫ਼ਜ਼ ਗੁਰਬਾਣੀ ਚ ਕਈ ਅਰਥਾਂ ਚ ਆਇਆ। ਜੰਜੀਰ ਦਾ ਅਰਥ ਹੁੰਦਾ ਕਿਸੇ ਦੇ ਨਾਲ ਗੂੜਾ ਸੰਬੰਧ ਬਣ ਜਾਣਾ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਲੋਕ ਇਸ ਗੱਲ ਨੂੰ ਸਮਝਣ ਲਈ ਬੜਾ ਮਦਦਗਾਰ ਬਣੇਗਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੱਚੇ ਤੈ ਜਾਉ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਰਾਮ ਦੇ ਦਰ ਦਾ ਕੂਕਰ ਹਾਂ, ਮੈਨੂੰ ਮੋਤੀਆ ਕਹਿੰਦੇ ਨੇ। ਮੇਰੇ ਗਲ ਚ ਜੇਵਰੀ, ਜੇਵਰੀ ਦਾ ਅਰਥ ਹੁੰਦਾ ਰੱਸੀ, ਰੱਸੀ ਜੰਜੀਰ, ਗਲੇ ਹਮਾਰੇ ਜੇਵਰੀ। ਹੁਣ ਭਗਤ ਜੀ ਦੇ ਗਲ ਚੋਂ ਕਿਹੜੀ ਜੇਵਰੀ ਹੈ? ਉਹ ਜੇਵਰੀ ਹੈ ਪ੍ਰਮਾਤਮਾ ਦੇ ਹੁਕਮ ਦੀ। ਪ੍ਰਭ ਡੋਰੀ ਹਾਥ ਤੁਮਾਰੇ, ਆਪਾਂ ਲਫ਼ਜ਼ ਪੜ੍ਹਦੇ ਆ ਪ੍ਰਭ ਡੋਰੀ ਹਾਥ ਤੁਮਾਰੇ, ਨਕ ਨਥ ਖਸਮ ਹੱਥ। ਸਾਡੀ ਜ਼ਿੰਦਗੀ ਦੀ ਡੋਰ ਜਿਹੜੀ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਇੱਥੇ ਡੋਰ ਦਾ, ਜੇਵਰੀ ਦਾ ਅਰਥ ਹੈ ਵਾਹਿਗੁਰੂ ਜੀ ਦੇ ਹੁਕਮ ਦੀ ਡੋਰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੰਜੀਰ ਬਾਂਧ ਕਰ ਖਰੇ ਕਬੀਰ। ਪਰਮਾਤਮਾ ਦੇ ਨਾਮ ਦੀ ਗੰਗਾ ਬੜੀ ਗਹਿਰੀ ਹੈ, ਬੜੀ ਡੂੰਘੀ ਹੈ, ਬੜੀ ਗੰਭੀਰ ਹੈ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਤੇ ਕਬੀਰ ਉਸ ਪਰਮਾਤਮਾ ਦੇ ਨਾਮ ਵਿੱਚ ਜੰਜੀਰ ਬਾਂਧ ਕਰ ਖਰੇ ਕਬੀਰ, ਉਸ ਗੰਗਾ ਵਿੱਚ ਜੰਜੀਰ ਬਾਂਧ ਕੇ ਦਰਜ ਕੇ ਪ੍ਰਮਾਤਮਾ ਦੇ ਹੁਕਮ ਦੀ ਜੰਜੀਰ, ਜਿਵੇਂ ਕਹਿ ਲੋ ਕਿ ਪ੍ਰਮਾਤਮਾ ਵਿੱਚ ਸੁਰਤ ਜੋੜ ਕੇ, ਪ੍ਰਮਾਤਮਾ ਦੇ ਹੁਕਮ ਦੀ ਰਜ਼ਾ ਵਿੱਚ ਚੱਲ ਕੇ ਕਬੀਰ ਸਾਹਿਬ ਜੀ ਨਾਮ ਨਾਲ ਜੁੜ ਗਏ। ਜੰਜੀਰ ਦਾ ਅਰਥ ਪ੍ਰਮਾਤਮਾ ਦੀ ਰਜ਼ਾ ਹੈ, ਪ੍ਰਮਾਤਮਾ ਦੇ ਵਿੱਚ ਸੁਰਤ ਜੋੜਨ ਤੋਂ ਹੈ। ਜਿਵੇਂ ਗਲ ਦੇ ਵਿੱਚ ਜੇਵਰੀ ਪਾਈ ਹੁੰਦੀ, ਜੰਜੀਰ ਪਾਈ ਹੁੰਦੀ, ਜਿੱਦ ਨੂੰ ਖਿੱਚਦਾ ਕੋਈ ਤੁਰਿਆ ਜਾਂਦਾ, ਇਵੇਂ ਪ੍ਰਮਾਤਮਾ ਦੇ ਹੁਕਮ ਦੀ ਜੰਜੀਰ, ਸੁਰਤ ਪ੍ਰਮਾਤਮਾ ਵਿੱਚ ਜੁੜ ਗਈ, ਸੁਰਤ ਵਾਹਿਗੁਰੂ ਜੀ ਵਿੱਚ ਜੁੜ ਗਈ। ਹੁਣ ਜਦੋਂ ਵਾਹਿਗੁਰੂ ਜੀ ਦੇ ਚਰਨ ਕਮਲਾਂ ਚ ਸੁਰਤ ਜੁੜ ਗਈ, ਚਰਨ ਕਮਲ ਚਿਤ ਰਹਿਓ ਸਮਾਏ, ਮੇਰਾ ਚਿੱਤ ਵਾਹਿਗੁਰੂ ਜੀ ਦੇ ਚਰਨ ਕਮਲਾਂ ਚ ਸਮਾ ਗਿਆ, ਲਿਵਲੀਨ ਹੋ ਗਿਆ, ਅਭੇਦ ਹੋ ਗਿਆ। ਹੁਣ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਹੁਣ ਮੇਰਾ ਮਨ ਡੋਲਦਾ ਨਹੀਂ। ਮਨ ਤੇ ਉਹਨਾਂ ਚਿਰ ਡੋਲਦਾ ਜਿੰਨਾ ਚਿਰ ਕਮਜ਼ੋਰ ਹੈ। ਜਿੰਨਾ ਚਿਰ ਮਨ ਦੁਨਿਆਵੀ ਆਸਰੇ ਲਏਗਾ, ਜਿਹੋ ਜਿਹਾ ਕੋਈ ਦਾ ਆਸਰਾ ਹੋਏਗਾ, ਮਨ ਦਾ ਸੁਭਾਅ ਹੋ ਜਿਹਾ ਬਣ ਜਾਏਗਾ। ਸਾਡਾ ਮਨ ਦੁਨੀਆ ਨਾਲ ਜੁੜਿਆ ਹੈ, ਪਦਾਰਥ ਨਾਲ ਜੁੜਿਆ ਹੈ, ਸੰਸਾਰਕ ਵਸਤੂਆਂ ਨਾਲ ਜੁੜਿਆ ਹੈ। ਦੁਨੀਆ ਦੀ ਹਰ ਚੀਜ਼ ਨਾਸਵੰਤੀ ਹੈ। ਜੇ ਦੁਨੀਆ ਦੀਆਂ ਚੀਜ਼ਾਂ ਕਾਇਮ ਨਹੀਂ ਤੇ ਇੱਥੇ ਮਨ ਸਾਡਾ ਕਿਵੇਂ ਟਿਕੇਗਾ? ਮਨ ਵੀ ਜਿਹੜਾ ਨਾ ਡਮਾਡੋਲ ਹੀ ਰਹੇਗਾ। ਦੁਨੀਆ ਨਾਲ ਜੁੜ ਕੇ ਸਾਡਾ ਮਨ ਕਦੀ ਬੜਾ ਪ੍ਰਸੰਨ ਹੋ ਜਾਂਦਾ ਹੈ, ਕਦੀ ਬੜਾ ਦੁਖੀ ਹੋ ਜਾਂਦਾ ਹੈ, ਕਦੀ ਬੜਾ ਚੜ੍ਹਦੀ ਕਲਾ ਚਲਿਆ ਜਾਂਦਾ, ਕਦੀ ਬੜਾ ਢਿੰਡੀ ਕਲਿਆ ਚਲਿਆ ਜਾਂਦਾ। ਤੇ ਗੁਰਬਾਣੀ ਕਹਿੰਦੀ ਕਿ ਜੇ ਤੁਸੀਂ ਚਾਹੁੰਦੇ ਕਿ ਮਨ ਸਦਾ ਤਗੜਾ ਰਹੇ, ਕਾਇਮ ਰਹੇ, ਫਿਰ ਉਸ ਚੀਜ਼ ਦੇ ਨਾਲ ਸਾਂਝ ਪਾਉਣੀ ਰਹੇਗੀ ਜਿਹੜੀ ਸਦਾ ਕਾਇਮ ਰਹਿਣ ਵਾਲੀ ਹੈ। ਉਹ ਚੀਜ਼ ਕਿਹੜੀ ਹੈ? ਪ੍ਰਮਾਤਮਾ ਦਾ ਨਾਮ। ਗੁਰੂ ਕੇ ਸ਼ਬਦ ਦਾ ਨਹੀਂ, ਪ੍ਰਮਾਤਮਾ ਦੇ ਨਾਮ ਵਿੱਚ ਜੁੜਨਾ। ਸਤਿਗੁਰੂ ਜੀ ਨੇ ਕਿਹਾ ਸੀ ਅਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੇ ਬਚਨ ਆਧਾਰ। ਗੁਰੂ ਕੇ ਬਚਨਾਂ ਨੂੰ ਆਧਾਰ ਬਣਾ ਕੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ। ਸਿੱਧਾ ਨੇ ਕਿਹਾ ਸੀ ਸਤਿਗੁਰੂ ਜੀ, ਇਹ ਸੰਸਾਰ ਦੀਆਂ ਘੁੰਮਣ ਘੇਰੀਆਂ ਚੋਂ ਬਚਣਾ ਬੜਾ ਔਖਾ ਹੈ, ਜਿਵੇਂ ਸਮੁੰਦਰ ਦੀਆਂ ਘੁੰਮਣ ਘੇਰੀਆਂ ਚੋਂ ਬੜਾ ਬਚਣਾ ਔਖਾ ਹੈ। ਦੁਨੀਆ ਸਾਗਰ ਦੁੱਤਰ ਕਈ,
ये बड़ा औखा है दुनिया का समुद्र पार करना। ये तो हर बंदा घबरा जाता है दुखों को देख के। ते सतगुरु जी ने एक गल कही सी कि जे इहदे चों तुसीं पार निकलना चाहुंदे हो ते सुरत शब्द भव सागर तरीए, नानक नाम वखाणे। अपनी सुरत नूं गुरु के शब्द दे राहीं परमात्मा दे नाम विच जोड़ो। गुरु के शब्द राहीं सुरत जोड़ के परमात्मा दे नाम दा सिमरन करो। जदों तुहाडा मन वाहिगुरु जी दे चरणां च जुड़ गया, सुरत वाहिगुरु जी दे चरणां च जुड़ गई, उदों तुहाडा तन भी नहीं डोलेगा, शरीर दे उपर भी कोई कष्ट नहीं आएगा। बाबा कबीर साहब जी की जिंदगी लै लीए, होर महापुरखों की भगत जना शहीदों की जिंदगी लै लीए, जिन्हां दी सुरत वाहिगुरु जी दे प्यार च जुड़ी, उन्हां नूं कोई डरा नहीं सकिया, उन्हां नूं कोई डला नहीं सकिया, उन्हां नूं कोई दुखी नहीं कर सकिया। उन्हां ने ते कतलगाह विच बैठ के भी बंद बंद कटा लए, उन्हां दे ते खोपड़ियां लथ गईयां तां भी वो डोले नहीं। जमूरां दे नाल उन्हां नूं नोच दिता गया, तोड़ दिता गया, अग साड़ दिता गया, पर वो डोले ही नहीं। आरे नाल चीर दिते गया, डोले ही नहीं। उहदा कारण यह है कि चरण कमल चित रहे हो समाए। उन्हां दी जिहड़ी सुरत है वो वाहिगुरु जी दे पवित्र चरण कमलों च जुड़ी हुई। हुण सुरत कायम है, मन कायम है, ते शरीरक तौर ते भी बंदे नूं कोई डुला नहीं सकदा। शरीरक तौर ते भी बंदे नूं कोई इवें कह लो कि दुखी नहीं कर सकदा। बाबा कबीर साहब जी कहंदे हुण मेरा मन वाहिगुरु जी दे चरणां च जुड़ गया। वाहिगुरु जी दे नाम दी गंगा बड़ी गहर गंभीर, उहदा कोई अंत नहीं पा सकदा। पर मैं उस वाहिगुरु जी दे नाम दी गंगा ते ना जंजीर बंध के, भाव के वाहिगुरु जी दे हुक्म विच सुरत जोड़ के, प्रभु दे नाम विच सुरत जोड़ के ऐन समाया होया हां। ते भगत जी ने बचन के गंगा की लहर मेरी टूटी जंजीर, गंगा की लहर, गंगा लबज, गंगा की लहर, जंजीर दो बारी लबज आया, दोए बारी इहदे अर्थ जिहड़े ने वो वखरे वखरे ने। जंजीर ते जंजीर ही है, इहदा भाव वखरा वखरा है। पहली जंजीर दा भाव यह है कि रब्बी रजा दी जंजीर, वाहिगुरु जी दे हुक्म दी रस्सी, ओदी डोरी। भगत जी कहंदे मैं वाहिगुरु जी दी रजा च चल रहा, ये मेरे गल च जंजीर है, मैं इवें गंगा दे कंढे ते खड़ा हां, भाव ओदे हुक्म च, ओदे प्यार च जुड़िया होया। हुण गंगा की लहर मेरी टुटी जंजीर। जद आपां गुरबाणी पढ़दे हां ना, गुरबाणी नूं पढ़ के ही गुरबाणी दे अर्थ सानू मिल जांदे ने। सानू इधर उधर जाके कहानियां घड़न दी लोड़ नहीं रह जाती। बाबा कबीर साहब जी ने जंजीर दी गल करदे हैं कि जंजीर है की है। बड़े प्यारे बचन गौड़ी राग विच कहे ने, बेद की पुत्री सिमरत पाई, सांकल जेवरी लै है आई, आपन नगर आप कर बंधिया, मोह के फांस काल सर संधिया, कटी न कटे टूट न जाई, सास आपन हुए जाको खाई, कह कबीर हम राम कह छूटे आ। बाबा कबीर साहब जी कहते ने मैं ते परमात्मा दा सिमरन करके छुट गया, कादे तो जंजीर तो। ओ जंजीर की है, वेद की पुत्री सिमरत पाई। वेदां दी पुत्री जिन्हों आपां सिमरतियां कहंदे आ, वेदां दे पढ़न वालियां ने जिहड़ियां सिमरतियां उचारण कीतियां ने वेदां दे ज्ञान चों। सांकल जेवरी ले है आई, सांकल मैना संगल, जेवरी मैना रस्सियां। ये सिमरतियां जिहड़ियां ने ये रस्सियां ते संगल लैके आईयां मनुख दे लई। रस्सियां ते संगल, वो किहड़े संगल ने? कर्मकांडां दे संगल। जदों तुसीं सिमरतियां पढ़ोगे उत्थों कर्मकांड ही मिलणगे, उत्थों तुहानूं इहो जिहियां चीजां अंध विश्वास दीयां मिलणगीਆਂ। बाबा कबीर साहब जी कहते वेद की पुत्री सिमरत पाई, सांकल जेवरी लै है आई, आपन नगर आप कर बंधे। आपन नगर, नगर कहंदे पिंड नूं। पिंड दा अर्थ हुंदा जिहड़े पिंड दे लोक ने। हुण पिंड दे कोठे थोड़ो बन्ने जांदे, कहंदे सारा पिंड बन लिया। पिंड दे कोठे ते नहीं बन्ने जांदे, मकान ते नहीं बन्ने जांदे, बन्ना ते लोकां नूं जांदा। आपां कहंदे सारा पिंड इकट्ठा कर लिया, सारा पिंड बन लिया। आपन नगर आप कर बंधिया। ये जिहड़ी वेदां दी पुत्रियां सिमरतियां ने, ये जेवड़ियां बन के, रस्सियां बन के बन गईयां, जंजीरां बन गईयां। आपन नगर आप कर बंधिया। इन्हां ने अपने श्रद्धालुआं नूं आप ही बंधनां विच बंध लिया, कर्मकांडां च बंध लिया। हुण जिहड़ा एक वारी कर्मकांडां च फस गया, वो ते कदी मुक्त नहीं हो सकदा। मोह के फांस सकल बंद कर सांधिया, ओदे गल च मोह दी रस्सी पै गई। कादी मोह दी रस्सी पै गई? बाबा कबीर साहब जी दे दो शब्द पहला आप जी ने सुने बड़े भावपूर्ण। एक थां ते उन्होंने बैकुंठ की गल की, जब लग मन बैकुंठ की आस, तब लग होए नी चरण निवास। कह कबीर एक कहिए काए, साध संगत बैकुंठे आए,
और एक शब्द इस तो पहला सी जिहड़ा इस्लामी शब्दावली दे अंदर सी, पिस्त नजदीक राख रहमन। बाबा कबीर साहब जी कहते मोह के बांध फांस सगल जग बंधे। इन्हां सिमरतियां दियां रस्सियां ने, कर्म कांडां ने अपने श्रद्धालुआं नूं बन लिया कादे च, मोह दे विच, लालच विच कि तुहानूं स्वर्ग मिलेगा, तुहाडीआं कामना पूरीआं होणगीआं, तुहाडे दुख दूर होणगे, तुहानूं स्वर्गां च सहूलतां मिलणगीआं। इह बज के ना रस्सियां विच। हुण बज्जा होया बंदा ही कर्मकांड करदा है, किसी दे गल च इह रस्सी पा दिओ कि तैनूं इत्थे इन्ने दिन गया आ चीज मिलेगी, बंदा तुरिया जांदा बिना बनाउण तो बिना तुरे, गल च रस्सी पै गई ना। बाबा कबीर साहब जी कहते इन्हां सिमरतियां ने जिहड़ियां जंजीरां तैयार कीतियां, रस्सियां तैयार कीतियां, अपने ही श्रद्धालुआं नूं उहदे च बन लिया और मोह के फांस सगल जग बांधिया, कटी ना कटी टूट न जाई। ये जिहड़ियां जंजीरां ने ये कटियां नहीं कटियां जाणियां, ये टुटणियां नहीं है। साथ सापन होए जग को खाई। हुण जंजीर जगत नूं किवें खा रही है? साथ सापन होए जग को खाई। ये जड़ियां सिमरतियां ने जां ये जड़ियां जंजीरां ने, ये सप बन के जगत नूं खा रही ने। सप बन के जगत नूं खाण दा अर्थ यह है कि लोकां नूं निगली जाना, लोगां दे कोलों लोगां दी दसां नवां दी किरत नूं दान दे नां ते लुटी चले जाना। इत्थे एह दान करो, इत्थे एह दान करो, इत्थे एह दान करो, साथ सापन होए जग को खाई। बाबा कबीर साहब जी कहंदे ते सप वांगू निगली जा रहे ने। ਇਹ ਇਹੋ ਜੀਆਂ ਬਰਸੀਆਂ ਗੱਲ ਚ ਪੈ ਗਈਆਂ। ਇੱਕ ਥਾਂ ਤੇ ਬਾਬਾ ਕਬੀਰ ਸਾਹਿਬ ਜੀ ਨੇ ਉਹ ਬੜਾ ਪਿਆਰਾ ਸ਼ਬਦ ਕਿਹਾ, ਕਹਿਣ ਲੱਗੇ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ, ਬਾਹਨ ਬੋਰੀ ਬਿਰਥ ਮੀ ਪੰਡਤ ਪਾੜੀ ਬਾਟ। ਕਹਿਣ ਲੱਗੇ ਕਿ ਇਹ ਚਲਾਕ ਲੋਕਾਂ ਨੇ ਕਾਗਜ਼ਾਂ ਦੀ ਇੱਕ ਕੋਠੜੀ ਤਿਆਰ ਕੀਤੀ, ਜੇਲ੍ਹ ਤਿਆਰ ਕੀਤੀ ਹੈ, ਜਿਹਦੇ ਵਿੱਚ ਲੋਕਾਂ ਦੀ ਸੁਰਤ ਨੂੰ ਕੈਦੀ ਕੀਤਾ ਜਾਂਦਾ ਹੈ। ਇੱਥੇ ਜੰਜੀਰ ਲਫ਼ਜ਼ ਵਰਤਿਆ, ਉੱਥੇ ਉਹਨਾਂ ਨੇ ਕੈਦ ਕੋਠੜੀ ਕਿਹਾ। कागज की ओबरी का अर्थ है कि कागजां दी कोठड़ी, वो कागज जिन्हां ते कर्मकांड लिखे हुए ने, उन्होंने जंजीरां भी कहा, उन्होंने कोठड़ी भी कहा, जिवें कोठड़ी अंदर कैदी बंद हुंदा है। कहण लगे मस के कर्म कपाट, उहदे उपर जो स्याही नाल लिखिआ ना कर्मकांडां दे दरवाजे ने। ये दरवाजे इन्ने मजबूत ने, इन्हां चों निकलना बड़ा औखा है। जिहड़ा बंदा एक बारी अंध विश्वास फस जाए ना, तुसीं देखो पढ़े लिखे लोग, पढ़े लिखे और वड्डे वड्डे रुतबियां ते बैठे, साडे ते मुल्क ने जहाज भी खरीदण ते उत्थे निंबू बनने शुरू कर दिंदे ने। निंबूआं दे नाल फिर जे जहाज बच सकदे ते निंबूआं दे नाल पाकिस्तानियां नूं क्यों नहीं भजाया जा सकदा? निंबू ही सुट दिया करना, बार्डर ते निंबू लटका देने चाहिए ने जाके। जे निंबूआं च इन्नी ताकत है फिर बार्डर ते निंबू लटका देने चाहिए ने जाके। बार्डर ते इहो जिहे काम कर देने चाहिए। उत्थे टैंकां दी की लोड़ है, उत्थे तोपां दी की लोड़ है? लेकिन ये जंजीरां इहो जिहियां ने कि इहदे चों निकलना बड़ा औखा है। बंदा एक बारी जिहड़ा अंध विश्वास विच फस गया, ये दलदल विचों निकलना बड़ा औखा है। बाबा कबीर साहब जी कहंदे कि ये जिहड़ियां जंजीरां ने ये कट्टियां नहीं जांदियां, तोड़ियां नहीं जांदियां, बड़ियां औखा ने। और ये जंजीरां पईयां होईयां ने मनुख दे गल विच पा के इस समाज नूं भरमाई फिरदे ने कर्मकांडी लोग। कई तरह दीयां जंजीरां ने कर्मकांडां दीयां मनुख दे गल च पईयां होईयां। देखो वाहिगुरू दी मेहर नाल घर बनाउने आ, अरदासां करदे आ, जंजीर पै गई कि नजर ही ना लग जाए किसी दी, बाहर एक टुट्टा जिहा छित्तर टंग दिंदे आ। जे छित्तर टंग दिता है तो हुण ते घर च कोई हथियार नहीं रखण दी लोड़, चौकीदार रखण दी लोड़ नहीं है, कोई नहीं, छित्तर ही रखवाली कर लेगा। इन्ने अंध विश्वास पसरे हुए ने, इन्नियां जंजीरां मजबूत ने, इन्हां नूं तोड़ना बड़ा औखा है। जिन्हां ने तोड़न दी गल कीती उन्हां दी विरोधता आई। बाबा कबीर साहब दी विरोधता भी हुई, गुरु साहिबान दी विरोधता भी हुई। जदों तुसीं गुरु साहिबान दा इतिहास पढ़ोगे कि सतगुरु जी दे विरुद्ध एडियां वड्डियां जंगां दा कारण की है? इक्को एक कारण है कि गुरु साहिब जी लोकां दियां ये गुलामी दियां जंजीरां, गुलामी राजनीतिक तौर ते कोई वड्डी मायने नहीं रखदी। सब तो वड्डी खतरनाक गुलामी है मानसिक गुलामी। और जदों भी किसी हुकूमत ने लोगों नूं गुलाम बना के रखना हुंदा है, उन्हां नूं पहलां मानसिक तौर ते गुलाम बनाउंदे ने, ते बनाउंदे भी धार्मिक लोकां दे राहीं ने। अपने च ही देख लो किन्ने डेरे पैदा कर दिते गए, किन्ने अंध विश्वास पैदा कर दिते गए। वो काहदे लई है? किसी कौम नूं गुलाम बनाउण लई। जिस वेले ब्रिटिश गवर्नमेंट ने लाहौर ते कब्जा कीता, उन्हां ने बड़ी दूर अंदेशी नाल देखिया कि इन्हां लोकां दे च किहड़ी ताकत है कि वो अंग्रेज जिहदा सारी दुनिया ते सूरज नहीं डुबदा, उहदे नाल एडा वड्डा मुकाबला अंग्रेजां ने पंजाब नूं जित्तिया नहीं।
अंग्रेजां ने पंजाब नूं जित्तिया नहीं दरअसल, तुसीं इतिहास पढ़ के देखो, अंग्रेज हारे ने गुरु के खालसे दीयां फौजां पासों। अंग्रेजां ने गद्दारी दे नाल, दगे दे नाल, हिंदुस्तानियों की मदद दे नाल लाहौर दे उपर अपना यूनियन जैक चला लिया। ते उन्होंने फिर देखा भी कारण की है, इन्हां दी ताकत की है। ते उन्होंने जिस वेले देखा कि एडी वड्डी इन्हां दी ताकत है, उस ताकत नूं तोड़न दे लई फिर फौज दे विचों इहो जिहे लोग पैदा कीते गए कि डेरे बना के कर्मकांड शुरू कर दिओ। फौज दे विचों पैदा कीते गए, पिछोकड़ पढ़ के तुसीं देख लो, वो इस करके पैदा किए गए। फिर कहानियां बन गई, फलाने बाबा जी दे कोल वड्डा अंग्रेज अफसर हुंदा हुंदा सी, वो इसे करके हुंदा सी कि दुनिया भी आई, डीसी चल के आ गया उन्हां दे कोल, उन्हां कोल फलाना गवर्नर चल के आ गया, वो इस करके चल के आ गया कि दुनिया भी उत्थे आई, दुनिया उधर नूं जुड़ गई, ध्यान डिवर्ट हो गया। गुरु ग्रंथ साहिब जी की जो पवित्र विचारधारा से इहदे तो आपां टुटनी शुरू हो गई और गुलामी की गल शुरू हो गई। बाबा कबीर साहब जी कहते जंजीरां तैयार कीतियां जांदियां ने धार्मिक लोगों वालों, लोगों नूं सुरत नूं गुलाम बनाउण दे लई। पर बाबा कबीर साहब जी कहण लगे मैं तां जदों वाहिगुरू जी दे प्यार जुड़िया ना, फिर गंगा की लहर मेरी टुटी जंजीर। बाबा कबीर साहब जी दा एक बड़ा प्यारा श्लोक है, एक एक लफ्ज भगत कबीर साहब जी दा इनकलाबी है। कहण लगे कबीर बेड़ा जर्जरा गुण की लहर चबक, जब देखियो बेड़ा जर्जरा उत्तर पर्यो हों फर्क। कबीर डूबा था है उभरे हो गुण की लहर चबक, जब देखियो बेड़ा जर्जरा तब उत्तर पर्यो हों फर्क। बाबा कबीर साहब जी कहने लगे कि मैं डूब चलिया सा, कबीर डूबा था पै उभरे हो, मैं डूब चलिया सा पर बच गया, उभरे हो दर्द बच गया, गुण की लहर चबक, मैं बचया किवें? कहने लगे मैं भी डुब चलिया सा, कादे च? अज्ञानता च, अंध विश्वास विच। डुबदा कदों बंदा? गुरबाणी कहदी बाज गुरु डुब्बा जग सारा। वो किथे डुब रहा है? समुद्र च डुब रहा कि किथे डुब रहा है? डुबण दा अर्थ है अध्यात्मक पक्ष तो, डुबण दा अर्थ है नैतिकता के पक्ष तो, डुबण दा अर्थ है इंसानियत के पक्ष तो मनुख नीवा ही नीवा तुरी चलिया जा रहा, किरदार के पक्ष तो नीवा तुरी चली जा रहा। कबीर डूबा था पै उभरे हो, मैं भी मानसिक तौर पर डुब चलिया सा औगणां दे विच, बुराइयां च, पर बच गया। कहण लगे कदों बचिया? गुण की लहर झबक, जदों गुणां दी एक लहर आई ना, जल्दी नाल गुणां दी लहर, गुण की लहर झबक। इत्थे भगत जी दा बचन के गंगा की लहर मेरी टुटी जंजीर। असीं एक कहानी सुनदे हां कि भगत जी नूं जंजीरां च बंध के गंगा सुट दिता गया ते गंगा दी लहरां नाल उहदियां जंजीरां टुट गईयां। हुण पानी दीयां लहरां नाल ते जंजीरां नहीं टुटदियां। बहुत सारे लोग डुबदे ने पानी दीयां लहरां दे विच, आपां देखदे गंगा च भी हड़ आए ते डुबदे ने लोग, क्योंकि पानी दा धर्म ही डुबना है। हुण इत्थे गंगा की लहर मेरी टुटी जंजीर। बाबा कबीर साहब जी दी इस गल नूं समझण लई उन्हां दा पवित्र श्लोक डूबा था पै उभरे हो, मैं डुब चलिया सा पर बच गया, गुण की लहर झबक। बचिया किवें? गुणां दी लहर दे नाल, जल्दी नाल। गुणां दी लहर, गुणा ने बचाउणा है, औगणा ने डुबना है। नानक औगण जेतड़े तेते गली जंजीर। ए जिन्ने औगण ने ये साडे गल च जंजीरां पईयां होईयां ने, ये जिन्ने औगण ने ये सानू डुबण दा कारण बनदे ने। जिस मनुख दे गल विच जंजीरां होण वो ते दरिया च डुबेगा, वो ते तर ही नहीं सकेगा, वो ते डुबेगा। हुण साडे गल च जंजीरां ने, संसार समुद्र च असीं विचर रहे हां, जंजीरां पै गईयां कर्मकांडां दीयां, अंध विश्वास दीयां, असीं ते डुबांगे। बाबा कबीर साहब जी कहणगे गुण की लहर चबक, जब देखियो बेड़ा जर्जरा। जदों मैं देखिया कि बेड़ा तो जर्जरा है। बेड़ा, बेड़े दा अर्थ शख्सियत, बेड़े दा अर्थ है साडी जिंदगी दा किरदार। जे असीं कर्मकांड अंध विश्वास ते तुरे रहांगे ते बेड़ा जर्जरा है, सानू पार नहीं कर सकेगा। अज तक कोई कर्मकांडां दे आसरे आत्मिक सुख नहीं मान सकिया। ਜਿਹੜੇ ਲੋਕ कर्मकांडां च पाउंदे उन्हां कोल भी आत्मिक सुख नहीं है, वो भी परेशान ने। कोई ज्योतिषियां को जांदा है, कोई सियाणियां कोल जांदा है, तुसीं उन्हां दा अपना पिछोकड़ देखो ना की बनिया पिया। इस करके बाबा कबीर साहब जी कहणगे डुबण दा अर्थ की है? कहणगे जब देखियो बेड़ा जर्जरा। गुरबाणी च एक थां ते बड़ी प्यारी गल कही है बाबा फरीद साहब जी ने, वो कि बेड़ा बंद न सकियो बंधन की बेला, पर सरवर जब उछले तब तरन दुहेला। बंदिया तेनू ए जिहड़ी जिंदगी मिली है ना, एक बेड़ा तैयार करने लई मिली है।
ਦਰਿਆਵਾਂ ਦੇ ਨੇੜੇ ਜਿਹੜੇ ਲੋਕ ਰਹਿੰਦੇ ਨੇ ਜਾਂ ਜਿਹੜੇ ਆ ਪਹਾੜ ਤੋਂ ਹੇਠਾਂ ਆਪਾਂ ਜ਼ਿਆਦਾਤਰ ਜਾਈਏ, ਪਹਾੜ ਦੇ ਨੇੜੇ ਨੇੜੇ ਜਿਹੜੇ ਇਲਾਕੇ ਹੁੰਦੇ ਨੇ ਉੱਥੇ ਪਹਾੜੀ ਨਾਲੇ ਬੜੇ ਹੁੰਦੇ ਨੇ। ਪਹਾੜੀ ਨਾਲੇ, ਵਰਖਾ ਪੈਂਦੀ ਹੈ, ਉਹਨਾਂ 'ਚ ਪਾਣੀ ਬੜਾ ਹੁੰਦਾ ਹੈ, ਇੱਕਦਮ ਆ ਜਾਂਦਾ, ਪਤਾ ਨਹੀਂ ਹੁੰਦਾ। ਤੇ ਜਿਹੜੇ ਲੋਕ ਇਹਨਾਂ ਥਾਵਾਂ ਤੇ ਪਾਣੀ ਦੇ ਸੋਮਿਆਂ ਦੇ ਨੇੜੇ ਰਹਿੰਦੇ ਨੇ, ਉਹਨੂੰ ਪਤਾ ਜਦੋਂ ਵਰਖਾ ਹੋਏਗੀ ਪਾਣੀ ਚੜ ਜਾਣਾ ਹੈ, ਪਾਣੀ ਆ ਜਾਣਾ ਹੈ। ਪਰ ਉਹਨਾਂ ਨੇ ਕਮਲੀ ਪਾਰ ਤੇ ਜਾਣਾ ਹੁੰਦਾ ਨਾ, ਉਹਦੀ ਪਹਿਲਾਂ ਤਿਆਰੀ ਰੱਖਦੇ ਨੇ। ਕੋਈ ਬੇੜੀ ਬਣਾ ਲੈਂਦਾ ਹੈ, ਕੋਈ ਨਾ ਕੋਈ ਸਾਧਨ ਬਣਾ ਲੈਂਦਾ ਹੈ ਕਿ ਕਿਵੇਂ ਪਾਰ ਉਤਰਨੇ, ਉਹਨਾਂ ਨੂੰ ਪਹਿਲਾਂ ਪਤਾ ਹੁੰਦਾ। ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਹੈ ਉਹ ਆਪਣੇ ਉਸ ਮੌਕੇ ਤੇ ਵੀ ਪਾਣੀ ਦੇ ਵਿੱਚੋਂ ਪਾਰ ਉਤਰ ਜਾਂਦੇ ਨੇ। ਗੁਰਬਾਣੀ ਕਹਿੰਦੀ ਕਿ ਸਾਨੂੰ ਇਹ ਜ਼ਿੰਦਗੀ ਮਿਲੀ ਕਾਹਦੇ ਲਈ ਮਿਲੀ ਹੈ? ਇਹ ਖਾਣ ਪੀਣ ਲਈ ਨਹੀਂ ਮਿਲੀ। ਖਾਣਾ ਪੀਣਾ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਲੇਕਿਨ ਇਹ ਜ਼ਿੰਦਗੀ ਮਿਲੀ ਸੀ ਕਿ ਅਸੀਂ ਇੱਕ ਆਪਣੀ ਜ਼ਿੰਦਗੀ 'ਚ ਬੇੜਾ ਤਿਆਰ ਕਰ ਲੈਂਦੇ। ਉਹ ਬੇੜਾ ਕਾਹਦਾ ਹੈ? ਉਹ ਬੇੜਾ ਹੈ ਕਿਰਦਾਰ ਦਾ। ਸਾਡਾ ਕਿਰਦਾਰ, ਸਾਡੀ ਜ਼ਿੰਦਗੀ ਇਹੋ ਜਿਹੀ ਬਣ ਜਾਂਦੀ ਕਿ ਸਾਡੇ ਸਾਹਮਣੇ ਭਾਵੇਂ ਦੁੱਖਾਂ ਦੇ ਸਮੁੰਦਰ ਵੀ ਆ ਜਾਂਦੇ, ਆਪਾਂ ਘਬਰਾਉਂਦੇ ਨਾ। ਅਸੀਂ ਅੰਦਰੋਂ ਐਨੇ ਤਿਆਰ ਹੋ ਜਾਂਦੇ ਕਿ ਕਿਸੇ ਦੁੱਖ ਨੂੰ ਦੇਖ ਕੇ ਘਬਰਾਉਂਦੇ ਨਾ। ਹੁਣ ਧਰਮ ਦੀ ਦੁਨੀਆ 'ਚ ਨਜ਼ਰ ਮਾਰੋ, ਇੱਥੇ ਕੀ ਦੱਸਿਆ ਜਾਂਦਾ ਮੇਰੇ ਵਰਗਿਆਂ ਨੂੰ? ਕੋਈ ਕਹਿੰਦਾ ਜੀ ਮੈਂ ਬੜਾ ਪਰੇਸ਼ਾਨ, ਆਪਾਂ ਕਹਿੰਦੇ ਜੀ ਫਲਾਣੇ ਥਾਂ ਅਰਦਾਸ ਕਰੋ ਤੁਹਾਡਾ ਦੁੱਖ ਕੱਟਿਆ ਜਾਏਗਾ, ਫਲਾਣੇ ਥਾਂ ਇੰਨੇ ਦਿਨ ਜਾਓ ਤੁਹਾਡੀ ਕਾਮਨਾ ਪੂਰੀ ਹੋ ਜਾਏਗੀ, ਫਲਾਣੇ ਥਾਂ ਤੇ ਇਹ ਕਰੋ ਤੁਹਾਡੀ ਲੋੜ ਪੂਰੀ ਹੋ ਜਾਏਗੀ। ਅਸੀਂ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹੀਏ, ਕਲਗੀਧਰ ਪਾਤਸ਼ਾਹ ਜੀ ਦੀ ਜ਼ਿੰਦਗੀ 'ਚ ਕਿਹੜਾ ਦੁੱਖ ਨਹੀਂ ਆਇਆ, ਕਿਹੜੀ ਰੁਕਾਵਟ ਨਹੀਂ ਆਈ, ਲੇਕਿਨ ਉਹਨਾਂ ਨੇ ਰੁਕਾਵਟਾਂ ਨੂੰ ਕਿਵੇਂ ਪਾਰ ਕੀਤਾ ਹੈ? ਉਹਨਾਂ ਨੇ ਭੱਜ ਕੇ ਤਾਂ ਨਹੀਂ ਪਾਰ ਕੀਤਾ, ਉਹਨਾਂ ਨੇ ਰੁਕਾਵਟਾਂ ਦਾ ਮੁਕਾਬਲਾ ਕੀਤਾ ਹੈ, ਰੁਕਾਵਟਾਂ ਦੇ ਅੱਗੇ ਸਾਹਮਣੇ ਅੜ ਕੇ ਉਹਨਾਂ ਨੂੰ ਪਾਰ ਕੀਤਾ ਹੈ। ਗੁਰਬਾਣੀ ਸਾਨੂੰ ਇੱਕ ਅਜਿਹੀ ਜ਼ਿੰਦਗੀ ਦਿੰਦੀ ਹੈ ਜਿਹੜੀ ਦੁੱਖਾਂ ਤੇ ਜਿੱਤ ਪ੍ਰਾਪਤ ਕਰਨ ਵਾਲੀ ਦਿੰਦੀ, ਦੁੱਖਾਂ ਤੋਂ ਡਰਨ ਦੀ ਨਹੀਂ, ਮੌਤ ਤੋਂ ਡਰਨ ਦੀ ਨਹੀਂ। ਗੁਰਬਾਣੀ ਨੇ ਤਾਂ ਕਿਹਾ ਕਿ ਮੌਤ ਦਾ ਡਰ ਪਹਿਲਾਂ ਮੌਤ ਹੀ ਪ੍ਰਵਾਨ ਕਰ ਲੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਮੌਤ ਦਾ ਡਰ ਹੈ ਨਾ, ਮੌਤ ਤੋਂ ਭੱਜਣ ਦੀ ਲੋੜ ਨਹੀਂ ਹੈ, ਮੌਤ ਨੂੰ ਪ੍ਰਵਾਨ ਕਰ ਲਓ। ਦੁੱਖਾਂ ਤੋਂ ਭੱਜਣ ਦੀ ਲੋੜ ਨਹੀਂ ਹੈ ਕਿ ਮੇਰਾ ਦੁੱਖ ਕਿਵੇਂ ਕੱਟਿਆ ਜਾਏ, ਫਲਾਣੇ ਥਾਂ ਜਾਵਾਂਗਾ ਦੁੱਖ ਕੱਟਿਆ ਜਾਏਗਾ, ਫਲਾਣੇ ਥਾਂ ਜਾਵਾਂਗੇ ਮੇਰੀ ਲੋੜ ਪੂਰੀ ਹੋ ਜਾਏਗੀ। ਇਹ ਤਾਂ ਭੱਜਣ ਵਾਲੀ ਗੱਲ ਹੈ। ਦੁੱਖਾਂ ਤੋਂ ਕਿੰਨਾ ਕੁ ਚਿਰ ਭੱਜੋਗੇ? ਇਸ ਪਾਣੀ ਹੈ ਨਾ, ਪਾਣੀ ਦਾ ਧਰਮ ਡੋਬਣਾ ਹੈ, ਪਾਣੀ ਦਾ ਧਰਮ ਡੋਬਣਾ ਹੈ, ਪਾਣੀ ਦਾ ਧਰਮ ਤੁਹਾਨੂੰ ਗਿੱਲੀਆਂ ਕਰਨਾ ਹੈ। ਹੁਣ ਤੁਸੀਂ ਪਾਰ ਵੀ ਜਾਣਾ ਹੈ, ਤੁਸੀਂ ਕਹੋ ਜੀ ਗਿੱਲੇ ਨਾ ਹੋਈਏ, ਤੁਸੀਂ ਪਾਰ ਵੀ ਜਾਣਾ ਹੈ, ਤੁਸੀਂ ਕਹੋ ਜੀ ਡੁੱਬੀਏ ਨਾ, ਇਹ ਤੇ ਬੜੀ ਔਖੀ ਗੱਲ ਹੈ। ਉਹਦੇ ਲਈ ਜ਼ਰੂਰੀ ਜੇ ਤੁਸੀਂ ਪਾਰ ਕਰਨੇ ਕੋਈ ਬੇੜਾ ਤਿਆਰ ਕਰ ਲਓ। ਉਹਦੇ ਲਈ ਜ਼ਰੂਰੀ ਹੈ ਜੇ ਤੁਸੀਂ ਪਾਰ ਜਾਣਾ ਤੇ ਤੁਹਾਡੀ ਬਿਰਤੀ ਇਹੋ ਜਿਹੀ ਬਣ ਜੇ ਜਿਵੇਂ ਮੁਰਗਾਬੀ ਹੁੰਦੀ। ਮੁਰਗਾਬੀ ਪਾਣੀ 'ਚ ਰਹਿ ਕੇ ਵੀ ਭਿੱਜਦੀ ਨਹੀਂ ਹੈ। ਸਤਿਗੁਰੂ ਜੀ ਨੇ ਸਾਨੂੰ ਪਾਣੀ ਤੋਂ ਭੱਜਣ ਦੀ ਗੱਲ ਨਹੀਂ ਕਹੀ, ਦੁਨੀਆ ਤੋਂ ਭੱਜਣ ਦੀ ਗੱਲ ਨਹੀਂ ਕਹੀ ਕਿ ਦੁਨੀਆ ਨੂੰ ਛੱਡ ਕੇ ਲੰਮੇ ਹੋ ਜਾਓ। ਸਤਿਗੁਰੂ ਜੀ ਕਹਿਣਗੇ ਕਿ ਜ਼ਿੰਦਗੀ ਇਹੋ ਜਿਹੀ ਬਣਾ ਲਓ ਜੈਸੇ ਜਲ ਮੈਂ ਕਮਲ ਨਰਿਆਲ ਮੁਰਗਾਈ ਨਿਸ਼ਾਨੀ। ਜ਼ਿੰਦਗੀ ਅੰਦਰ ਕਿਰਦਾਰ ਇਹੋ ਜਿਹਾ ਬਣਾ ਲਓ ਜਿਵੇਂ ਇੱਕ ਬੇੜਾ ਹੁੰਦਾ ਹੈ। ਬਾਬਾ ਕਬੀਰ ਫਰੀਦ ਸਾਹਿਬ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਵੇੜਾ ਸੀ ਬੇੜੇ ਨੂੰ ਤਿਆਰ ਕਰਨ ਦਾ, ਇਹ ਸਾਡਾ ਵੇੜਾ ਸੀ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਹੋਰ ਬਚਨ ਕਿਹਾ ਕਿ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਜਦੋਂ ਤੇਰਾ ਕਮਾਈ ਕਰਨ ਦਾ ਵੇਲਾ ਸੀ ਉਹਦੇ ਤੇ ਦੁਨੀਆਦਾਰੀ ਨਾਲ ਹੀ ਜੁੜਿਆ ਰਿਹਾ। ਦੁਨਿਆਵੀ ਤੌਰ ਤੇ ਮਿਹਨਤ ਕਰਨਾ ਸਾਡਾ ਹੱਕ ਹੈ, ਸਾਡੇ ਕੋਲ ਪਦਾਰਥ ਹੋਣੇ ਚਾਹੀਦੇ ਨੇ, ਪਰ ਬੰਦਾ ਸਾਰੀ ਜ਼ਿੰਦਗੀ ਦੁਨੀਆ ਦੇ ਪਦਾਰਥ ਹੀ ਇਕੱਠੇ ਕਰਨ ਤੇ ਲਗਾ ਦੇਵੇ, ਜ਼ਿੰਦਗੀ ਵੱਲ ਦੇਖੀ ਨਾ। ਦੇਖੋ ਅਸੀਂ ਕੇਵਲ ਪੈਸਾ ਕਮਾਉਣ ਵੱਲ ਲੱਗ ਜਾਈਏ, ਲੱਗੇ ਨੇ ਬਹੁਤ ਸਾਰੇ ਲੋਕ ਮੇਰੇ ਵਰਗੇ, ਲੇਕਿਨ ਸਰੀਰ ਦਾ ਧਿਆਨ ਹੀ ਨਾ ਕਰੀਏ ਤੇ ਕੀ ਹੋਏਗਾ? ਰੋਗ ਆਉਣਗੇ ਨਾ। ਸਰੀਰ ਦੀ ਅਣਦੇਖੀ ਕਰ ਦਈਏ, ਕੇਵਲ ਦੁਨੀਆ 'ਚ ਆਪਾਂ ਇੰਨਾ ਕੰਮ ਕਰੀਏ, ਮਿਹਨਤ ਕਰੀਏ ਕਿ ਪੈਸਾ ਹੀ ਜ਼ਰੂਰੀ ਹੈ ਤੇ ਸਰੀਰ 'ਚ ਰੋਗ ਪੈਦਾ ਹੋਣਗੇ। ਬਿਲਕੁਲ ਏਦਾਂ ਕੇਵਲ ਦੁਨੀਆ ਵਾਲੇ ਬੰਨੇ ਹੀ ਖਚਤ ਰਹੀਏ ਤੇ ਆਪਣਾ ਅਧਿਆਤਮਕ ਪੱਖ ਜਿਵੇਂ ਕਹਿ ਲਓ, ਆਪਣਾ ਜਿਹੜਾ ਇੰਟਰਨਲ ਜੀਵਨ ਉਹਨੂੰ ਭੁੱਲ ਹੀ ਜਾਈਏ ਆਪਾਂ, ਤੇ ਫਿਰ ਤੇ ਦੁੱਖਾਂ 'ਚ ਪਵਾਂਗੇ ਨਾ। ਇਸੇ ਤਰੀਕੇ ਨਾਲ ਬੇੜਾ ਤਿਆਰ ਕਰਨ ਤੋਂ ਅਰਥ ਹੈ ਮਾਨਸਿਕ ਤੌਰ ਤੇ ਇਹਨੇ ਤਗੜੇ ਹੋ ਜਾਓ, ਆਪਣੇ ਅੰਦਰ ਗੁਣ ਇਹਨੇ ਕੋ ਕਾਇਮ ਕਰ ਲਓ, ਆਪਣੀ ਇੱਕ ਕੁਆਲਿਟੀ ਕਾਇਮ ਕਰ ਲਓ ਕਿ ਜ਼ਿੰਦਗੀ 'ਚ ਜਿਹੋ ਜੀ ਵੀ ਅਵਸਥਾ ਹੈ ਤੁਸੀਂ ਘਬਰਾਓ ਨਾ। ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਦੇਖੋ, ਗੁਰੂ ਸਾਹਿਬ ਜੀ ਦਾ, ਪੁਰਾਤਨ ਸਿੰਘਾਂ ਦਾ ਜੀਵਨ ਦੇਖੋ, ਜਿਹੋ ਜਿਹੇ ਮਰਜ਼ੀ ਹਾਲਾਤ ਆਏ ਲੇਕਿਨ ਉਹ ਘਬਰਾਏ ਨਹੀਂ। ਇਹ ਹੈ ਬੇੜੇ ਨੂੰ ਤਿਆਰ ਕਰਨਾ, ਅੰਦਰੋਂ ਇੰਨੇ ਤਗੜੇ ਮਜ਼ਬੂਤ ਹੋ ਜਾਣਾ ਕਿ ਜਿੰਨੇ ਮਰਜ਼ੀ ਦੁੱਖਾਂ ਦੀਆਂ ਨਦੀਆਂ ਚੜ ਕੇ ਆ ਜਾਣ ਲੇਕਿਨ ਬੰਦਾ ਉਹਨੂੰ ਐਨ ਹੱਸਦਾ ਪਾਰ ਕਰ ਜਾਏ, ਬੇਖੌਫ ਪਾਰ ਕਰ ਜਾਏ। ਪਾਣੀ ਉਹਨੂੰ ਭਿਓ ਹੀ ਨਾ ਸਕੇ, ਡੋਬ ਹੀ ਨਾ ਸਕੇ, ਦੁੱਖਾਂ ਦਾ ਪਾਣੀ ਮਨੁੱਖ ਤੇ ਪ੍ਰਭਾਵ ਨਾ ਪਾ ਸਕੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਡੂਬਾ ਥਾ ਪੈ ਉਭਰਿਓ, ਗੁਣ ਕੀ ਲਹਿਰ ਚਬਕ ਡੁੱਬ ਚੱਲਿਆ ਸਾਂ, ਪਰ ਬਚਿਆ ਕਿਵੇਂ? ਗੁਣ ਕੀ ਲਹਿਰ, ਗੁਣਾਂ ਦੀ ਲਹਿਰ ਦੇ ਨਾਲ।
ਔਗਣ ਡੋਬਦੇ ਨੇ, ਔਗਣ ਜੰਜੀਰਾਂ ਨੇ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਜੰਜੀਰ ਹੈ ਤੇ ਉਹ ਜੰਜੀਰ ਟੁੱਟਣੀ ਕਿਵੇਂ ਹੈ? ਜਦੋਂ ਗੁਣ ਹੋਣਗੇ। ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ। ਜਦੋਂ ਮੈਂ ਦੇਖਿਆ ਕਿ ਆ ਦੁਨੀਆ ਤੇ ਜਿਸ ਬੇੜੇ ਤੇ ਬੈਠੀ ਹੈ ਤੇ ਜਰਜਰਾ ਬੇੜਾ ਹੈ, ਦੁਨੀਆ ਕਰਮ ਕਾਂਡਾਂ ਦੇ ਬੇੜੇ ਤੇ ਬੈਠੀ ਹੈ, ਦੁਨੀਆ ਅੰਧ ਵਿਸ਼ਵਾਸ ਦੇ ਬੇੜੇ ਤੇ ਚੱਲ ਰਹੀ ਹੈ। ਇਹ ਬੇੜਾ ਜਰਜਰਾ ਹੈ। ਕਹਿਣਗੇ ਉੱਤਰ ਪਰਿਓ ਹੋ ਫਰਕ। ਫਰਕ ਦਾ ਅਰਥ ਕਿ ਫਟ ਅੱਖ ਫਰਕਣ ਦੇ ਸਮੇਂ 'ਚ ਮੈਂ ਛਾਲ ਮਾਰ ਕੇ ਉਤਰ ਗਿਆ। ਇਸ ਬੇੜੇ ਨੂੰ ਮੈਂ ਛੱਡ ਦਿੱਤਾ। ਫਿਰ ਮੈਂ ਉਸ ਬੇੜੇ ਨਾਲ ਜੁੜ ਗਿਆ ਜਿਹੜਾ ਬੇੜਾ ਜਿਹੜਾ ਸੀ ਮੈਨੂੰ ਭਵ ਸਾਗਰ ਤੋਂ ਪਾਰ ਕਰੇ। ਜਿਸ ਬੇੜੇ ਨੂੰ ਬੰਨਣ ਦੀ ਗੱਲ ਕੀ ਹੈ, ਜਿਹਦੀ ਗੱਲ ਗੁਰਬਾਣੀ ਨੇ ਕੀਤੀ, ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘੇ ਵੇਹਿਲਾ, ਨਾ ਸਰਵਰ ਪਰ ਉਛਲੇ ਐਸਾ ਪੰਥ ਸੁਹੇਲਾ। ਉਹ ਬੰਦਿਆ ਆਪਣੀ ਜ਼ਿੰਦਗੀ 'ਚ ਪ੍ਰਮਾਤਮਾ ਦੀ ਭਾਉ ਭਗਤੀ ਦੇ ਰਾਹੀਂ ਕਿਹੋ ਜਿਹਾ ਬੇੜਾ ਤਿਆਰ ਕਰ ਲਾ ਕਿ ਤੇਰੇ ਰਸਤੇ 'ਚ ਸਮੁੰਦਰ ਆਏ ਤੇ ਪਰ ਤੈਨੂੰ ਲੱਗੇ ਨਾ ਕਿ ਸਮੁੰਦਰ ਆਇਆ। ਤੇਰਾ ਪੰਥ ਸੁਹੇਲਾ ਹੋ ਜਾਏ, ਤੇਰਾ ਜੀਵਨ ਸੁਹੇਲਾ ਹੋ ਜਾਏ। ਬਾਬਾ ਕਬੀਰ ਸਾਹਿਬ ਜੀ ਇੱਥੇ ਕਹਿੰਦੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਭਈ ਮੈਂ ਜਿਸ ਜੰਜੀਰ 'ਚ ਜਗੜੇ ਹੋਏ ਨੇ ਲੋਕ, ਮੈਂ ਵੀ ਜਗੜਿਆ ਸੀ ਕਰਮ ਕਾਂਡਾਂ ਦੇ ਅੰਦਰ। ਪਰ ਗੰਗਾ ਕੀ ਲਹਿਰ, ਗੰਗਾ ਕੀ ਲਹਿਰ ਦਾ ਅਰਥ ਇਹ ਹੈ, ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਕਿ ਗੁਣ ਕੀ ਲਹਿਰ ਝਬਕ, ਗੁਣਾਂ ਦੀ ਲਹਿਰ। ਗੰਗਾ ਦੀ ਲਹਿਰ ਦਾ ਅਰਥ ਹੈ ਕਿ ਪ੍ਰਮਾਤਮਾ ਦਾ ਸਿਮਰਨ ਕਰਨੇ। ਗੰਗਾ ਦਾ ਅਰਥ ਹੈ ਪ੍ਰਮਾਤਮਾ ਦਾ ਨਾਮ। ਗੰਗਾ ਜਲ ਗੁਰੂ ਗੋਬਿੰਦ ਨਾਮ। ਜਿਸ ਪ੍ਰਮਾਤਮਾ ਦੇ ਗੁਣਾਂ ਦਾ ਮੈਂ ਸਿਮਰਨ ਕੀਤਾ, ਉਸ ਪ੍ਰਮਾਤਮਾ ਦੇ ਗੁਣਾਂ ਕੀ ਲਹਿਰ ਦੇ ਨਾਲ, ਉਸ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਮੇਰੀ ਟੁੱਟੀ ਜੰਜੀਰ। ਇਹ ਮੇਰੀ ਜੰਜੀਰ ਟੁੱਟ ਗਈ। ਕਿਹੜੀ ਜੰਜੀਰ? ਜਿਸ ਜੰਜੀਰ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਵਿੱਚ ਕੀਤਾ ਕਿ ਬੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ। ਕਹਿਣ ਲੱਗੇ ਆਪਨ ਨਗਰ ਆਪ ਕਰ ਬੰਧਿਆ। ਇਹ ਜਿਹੜੀਆਂ ਸਿਮਰਤੀਆਂ 'ਚ ਜਾਂ ਹੋਰ ਗ੍ਰੰਥਾਂ ਜਿਹੜੇ ਕਰਮ ਕਾਂਡਾਂ ਦੀਆਂ ਜੰਜੀਰਾਂ ਨੇ, ਜਿਨ੍ਹਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਕਰਮ ਕਾਂਡਾਂ 'ਚ ਬੰਨਿਆ ਹੋਇਆ ਹੈ, ਮੇਰੀ ਉਹ ਜਿਹੜੀ ਜੰਜੀਰ ਸੀ ਨਾ, ਉਹ ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਟੁੱਟ ਗਈ। ਕਰਮ ਕਾਂਡਾਂ ਤੋਂ ਮੈਂ ਮੁਕਤ ਹੋ ਗਿਆ। ਹੁਣ ਮੇਰੀ ਜ਼ਿੰਦਗੀ 'ਚ ਇੱਕ ਕਰਮ ਕਾਂਡ ਜਿਹੜੇ ਨੇ ਮੈਨੂੰ ਡੋਬ ਨਹੀਂ ਸਕਦੇ। ਹੁਣ ਤੇ ਮੇਰੀ ਇੱਕ ਅਵਸਥਾ ਬਣ ਗਈ ਕਿ ਮਿਰਗਸ਼ਾਲਾ ਪਰ ਬੈਠੇ ਕਬੀਰ। ਹੁਣ ਇੱਕ ਬੰਨੇ ਬਾਬਾ ਕਬੀਰ ਸਾਹਿਬ ਜੀ ਦੇ ਨਾਲ ਇੱਕ ਕਹਾਣੀ ਜੋੜੀ ਹੋਈ ਹੈ ਕਿ ਉਹਨਾਂ ਨੂੰ ਜੰਜੀਰਾਂ 'ਚ ਬੰਨ ਕੇ ਨਦੀ ਵਿੱਚ ਸੁੱਟ ਦਿੱਤਾ ਗਿਆ। ਔਰ ਇਹ ਫਿਰ ਨਾਲ ਕਿਹਾ ਕਿ ਜਦੋਂ ਗੰਗਾ ਦੀ ਇੱਕ ਲਹਿਰ ਆਈ ਤੇ ਜੰਜੀਰਾਂ ਟੁੱਟ ਗਈਆਂ ਤੇ ਬਾਬਾ ਕਬੀਰ ਸਾਹਿਬ ਜੀ ਮਿਰਗਸ਼ਾਲਾ ਤੇ ਬੈਠੇ ਨੇ ਦਰਿਆ ਦੇ ਪਾਣੀ। ਹੁਣ ਮਿਰਗਸ਼ਾਲਾ ਕਿਹਨ ਦੇ ਦਿੱਤੀ? ਪਹਿਲਾਂ ਤੇ ਜੰਜੀਰਾਂ 'ਚ ਬੰਨਿਆ ਹੋਇਆ। ਦਰਅਸਲ ਭਾਵ ਨੂੰ ਸਮਝਣ ਦੀ ਲੋੜ ਹੈ। ਮਿਰਗਸ਼ਾਲਾ ਕਦੋਂ ਵਰਤਦੇ ਨੇ? ਜਿੰਨੇ ਸਾਧੂ ਸੰਤ ਮਹਾਤਮਾ ਨੇ ਜੰਗਲਾਂ 'ਚ ਬੈਠ ਕੇ ਤਪ ਕਰਨ ਵਾਲੇ, ਉੱਥੇ ਹੁਣ ਜੰਗਲ 'ਚ ਕੱਪੜੇ ਤਾਂ ਹੁੰਦੇ ਨਹੀਂ ਹੈ। ਉਹ ਮਿਰਗ ਦੀ ਖਲ ਲੈ ਕੇ ਉਹਦੇ ਤੇ ਬੈਠਦੇ ਨੇ। ਉਹਦਾ ਇੱਕ ਲਾਭ ਵੀ ਹੈ ਕਿ ਮਿਰਗ ਦੀ ਖਲ ਤੇ ਬੈਠੇ ਨੇੜੇ ਕੋਈ ਕੀੜਾ ਮਕੌੜਾ ਹੁੰਦਾ ਨਹੀਂ ਹੈ, ਉਵੇਂ ਵੀ ਨਿੱਘੀ ਹੁੰਦੀ ਹੈ। ਜੰਗਲਾਂ 'ਚ ਬੈਠਣਾ ਉਹਨਾਂ ਨੇ ਤਪ ਕਰਨਾ। ਆਮ ਤੁਸੀਂ ਦੇਖੋਗੇ ਕੁਝ ਧਾਰਮਿਕ ਲੋਕ ਮਿਰਗ ਦੀ ਛਾਲਾ ਰੱਖਦੇ ਨੇ ਕੋਲ। ਹੁਣ ਮਿਰਗਸ਼ਾਲਾ ਪਰ ਬੈਠੇ ਕਬੀਰ ਦਾ ਅਰਥ ਹੈ ਕਿ ਬਾਬਾ ਕਬੀਰ ਸਾਹਿਬ ਜੀ ਸਹਿਜ ਅਵਸਥਾ ਚਲੇ ਗਏ। ਕਹਿਣਗੇ ਮਿਰਗਸ਼ਾਲਾ ਪਰ ਬੈਠੇ ਕਬੀਰ, ਹੁਣ ਮੈਂ ਅਡੋਲ ਸਹਿਜ ਵਿੱਚ ਲਿਵਲੀਨ ਹੋ ਗਿਆ, ਟਿਕ ਗਿਆ। ਮੇਰਾ ਮਨ ਜਿਹੜਾ ਸੀ ਉਹ ਟਿਕ ਗਿਆ। ਮਿਰਗਸ਼ਾਲਾ ਦਾ ਅਰਥ ਹੈ ਕਿ ਮਨ ਟਿਕ ਗਿਆ, ਸਹਿਜ ਵਿੱਚ ਚਲਿਆ ਗਿਆ। ਕਹਿ ਕਬੀਰ ਕੋ ਸੰਗ ਨਾ ਸਾਥ। ਬਾਬਾ ਕਬੀਰ ਸਾਹਿਬ ਜੀ ਕਹਿਣਗੇ ਦੁਨੀਆ ਦੇ ਲੋਕੋ, ਕਿਸੇ ਕਰਮ ਕਾਂਡ ਨੇ ਤੁਹਾਡਾ ਸਾਥ ਨਹੀਂ ਦੇਣਾ, ਕਿਸੇ ਅੰਧ ਵਿਸ਼ਵਾਸ ਨੇ ਤੁਹਾਡਾ ਸਾਥ ਨਹੀਂ ਦੇਣਾ, ਕਿਸੇ ਵਿਅਕਤੀ ਨੇ ਤੁਹਾਡਾ ਸਾਥ ਨਹੀਂ ਦੇਣਾ, ਕਿਸੇ ਵਸਤੂ ਨੇ ਤੁਹਾਡਾ ਸਾਥ ਨਹੀਂ ਦੇਣਾ। ਜਦੋਂ ਤੁਹਾਡੀ ਜ਼ਿੰਦਗੀ 'ਚ ਵਿਪਤਾ ਆਉਣੀ ਹੈ ਨਾ, ਉਸ ਵਿਪਤਾ ਦੀ ਘੜੀ 'ਚੋਂ ਤੁਹਾਨੂੰ ਕਿਸੇ ਕਰਮਕਾਂਡ ਨੇ ਨਹੀਂ ਕੱਢਣਾ। ਹੁਣ ਤੁਹਾਡੇ ਤੇ ਆ ਗਈ ਵਿਪਤਾ, ਤੁਹਾਨੂੰ ਕੋਈ ਕਹੇ ਜੀ ਹੁਣ ਨੰਗੇ ਪੈਰੀ ਫਲਾਣੇ ਥਾਂ ਤੇ ਜਾਓ, ਤੁਸੀਂ ਕਿੱਦਾਂ ਜਾ ਸਕਦੇ? ਵਿਪਤਾ ਆ ਗਈ। ਅਜਿਹੇ ਮੌਕੇ ਤੇ ਕੋਈ ਚੀਜ਼ ਤੁਹਾਡੀ ਸੰਗੀ ਸਾਥੀ ਨਹੀਂ ਬਣ ਸਕਦੀ। ਇਹੋ ਜਿਹੇ ਮੌਕੇ ਤੇ ਸੰਗੀ ਸਾਥੀ ਬਣ ਸਕਦਾ ਹੈ ਵਾਹਿਗੁਰੂ ਜੀ ਦਾ ਨਾਮ। ਵਾਹਿਗੁਰੂ ਜੀ ਦਾ ਨਾਮ ਜੇ ਅਸੀਂ ਜਪਿਆ ਹੋਏਗਾ, ਵਾਹਿਗੁਰੂ ਜੀ ਦੇ ਪਿਆਰ ਜੇ ਆਪਾਂ ਜੁੜੇ ਹੋਵਾਂਗੇ, ਵਾਹਿਗੁਰੂ ਜੀ ਦੇ ਗੁਣਾਂ ਨਾਲ ਜੇ ਆਪਾਂ ਜੁੜੇ ਹੋਵਾਂਗੇ, ਜਿੰਨਾ ਮਰਜ਼ੀ ਔਖਾ ਟਾਈਮ ਆ ਜਾਏ, ਕੋਈ ਟਾਈਮ ਸਾਡੇ ਲਈ ਔਖਾ ਰਹਿ ਹੀ ਨਹੀਂ ਜਾਂਦਾ, ਕੋਈ ਟਾਈਮ ਸਾਨੂੰ ਔਖੀਆਂ ਕਰ ਹੀ ਨਹੀਂ ਸਕਦਾ। ਮੌਤ ਜਿਹਨੂੰ ਕਹਿੰਦੇ ਨੇ, ਮੌਤ ਵੀ ਜਿਹੜੀ ਹੈ ਨਾ ਉਹ ਸੇਵਾਦਾਰ ਬਣ ਜਾਂਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿਣਗੇ ਇਹੋ ਜਿਹੇ ਮੌਕੇ ਤੇ ਕੋਈ ਸੰਗੀ ਸਾਥੀ ਨਹੀਂ ਜੋ ਬਣਦਾ। ਮਤਾਂ ਤੁਸੀਂ ਕਹੋ ਇਹ ਬੇੜਾ ਜਰਜਰਾ, ਇਹਨੂੰ ਛੱਡ ਦਿਓ। ਜੇ ਇਸ ਬੇੜੇ ਜਰਜਰੇ ਤੇ ਰਹੋਗੇ ਡੁੱਬ ਜਾਓਗੇ, ਕੋਈ ਨਹੀਂ ਬਚਾ ਸਕੇਗਾ, ਕੋਈ ਕਰਮਕਾਂਡ ਤੁਹਾਨੂੰ ਨਹੀਂ ਕਰ ਸਕੇਗਾ ਇਹਨਾਂ ਦੁੱਖਾਂ ਦੇ ਵਿੱਚੋਂ, ਕੋਈ ਅੰਧ ਵਿਸ਼ਵਾਸ ਨਹੀਂ ਕਰ ਸਕੇਗਾ। ਕੋ ਸੰਗ ਨਾ ਸਾਥ। ਸੰਗ ਸਾਥ ਦਾ ਅਰਥ ਹੈ ਕਿ ਤੁਹਾਡੀ ਸੁਰਤ ਦਾ ਸਾਥ ਕਿਸੇ ਨੇ ਨਹੀਂ ਦੇਣਾ, ਤੁਹਾਡੀ ਸੁਰਤ ਨੂੰ ਦੁੱਖਾਂ ਤੋਂ ਕਿਸੇ ਨੇ ਨਹੀਂ ਬਚਾਉਣਾ।
ਸੁਰਤ ਦੇ ਵਿੱਚ ਹੀ ਦੁੱਖ ਹੁੰਦੇ ਨੇ, ਚਿੰਤਾ ਪਰੇਸ਼ਾਨੀਆਂ ਹੁੰਦੀਆਂ ਨੇ। ਕਹਿਣਗੇ ਜਲ ਥਲ ਰਾਖਨ ਹੈ ਰਘੁਨਾਥ। ਭਾਈ ਪਾਣੀ ਵਿੱਚ ਹੈ, ਭਾਵੇਂ ਆਕਾਸ਼ ਵਿੱਚ ਹੈ, ਕਿਤੇ ਹੈ, ਹਰ ਥਾਂ ਤੇ ਰੱਖਿਆ ਕਰਨ ਵਾਲਾ ਪ੍ਰਮਾਤਮਾ ਦਾ ਨਾਮ ਹੈ। ਪ੍ਰਮਾਤਮਾ ਦਾ ਨਾਮ ਇਹੋ ਜਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਆ ਨਾ ਕਿ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ। ਵਾਹਿਗੁਰੂ ਜੀ ਦੇ ਨਾਮ ਨੂੰ ਪਾਣੀ ਡੋਬ ਨਹੀਂ ਸਕਦਾ, ਚੌਰ ਚਰਾ ਨਹੀਂ ਸਕਦਾ। ਵਾਹਿਗੁਰੂ ਜੀ ਦਾ ਨਾਮ ਧਨ ਇਹੋ ਜਿਹਾ ਹੈ, ਇਹ ਅੱਗ ਨੂੰ ਸਾੜ ਨਹੀਂ ਸਕਦਾ। ਔਰ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ, ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾਪਿਆਨ ਦੂਰ ਜਮ ਦਲੈ, ਤੇ ਹਰ ਕਾ ਨਾਮ ਸੰਗ ਤੇਰੇ ਚਲੇ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਦਾਰੀ। ਅਨਕ ਪੁਨਿ ਚਰਨ ਕਰਤ ਨਹੀਂ ਧਰੈ, ਅਨਕ ਪੁਨਿ ਚਰਨ ਦਾ ਅਰਥ ਹੈ ਕਿ ਆ ਵਾਰ-ਵਾਰ ਜਿਹੜੇ ਕਰਮ ਕਰਦੇ ਆਪਾਂ, ਜਿਨੇ ਮਰਜ਼ੀ ਕਰ ਲੋ। ਦੇਖੋ ਪੁਰਾਣੀ ਚੜਾਈ ਕਰ ਗਿਆ, ਇਹ ਕਰੋ ਉਹ ਕਰੋ, ਉਹਦੇ ਮਰਨ ਤੋਂ ਬਾਅਦ ਇਹ ਕਰੋ, ਇਹ ਸਭ ਪੁਨਿ ਚਰਨ ਨੇ। ਅਨੇਕਾਂ ਇਹੋ ਜਿਹੇ ਕਰਮ ਕਰਕੇ ਤੁਸੀਂ ਦੇਖ ਲਓ, ਬੰਦਾ ਦੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ। ਦੁੱਖਾਂ ਤੋਂ ਮੁਕਤ ਹੋਣੇ ਸੁਰਤ ਨੇ। ਸੁਰਤ ਦਾ ਸੰਬੰਧ ਜਿਹੜਾ ਉਹ ਗੁਣਾਂ ਦੇ ਨਾਲ ਹੈ। ਸੁਰਤ ਨੂੰ ਮੁਕਤ ਕਰਨ ਦਾ ਤਰੀਕਾ ਹੈ ਪਰਮਾਤਮਾ ਦਾ ਸਿਮਰਨ। ਬਾਬਾ ਕਬੀਰ ਸਾਹਿਬ ਜੀ ਨੇ ਕਹਿਤਾ, ਜੇ ਸੁਰਤ ਪਰਮਾਤਮਾ 'ਚ ਜੁੜੀ ਹੋਏਗੀ ਤੇ ਸਰੀਰ ਨੂੰ ਵੀ ਕਾਹਦਾ ਕਸ਼ਟ ਹੈ। ਚਰਨ ਕਮਲ ਚਿੱਤ ਰਹਿਓ ਸਮਾਏ। ਜਦੋਂ ਮੇਰਾ ਚਿੱਤ ਪਰਮਾਤਮਾ ਦੇ ਪਵਿੱਤਰ ਚਰਨ ਕਮਲਾਂ 'ਚ ਸਮਾ ਗਿਆ, ਹੁਣ ਮਨ ਨਾ ਡਿਗੇ, ਤਨ ਕਾਹੇ ਕੋ ਡਰਾਏ। ਹੁਣ ਮੇਰਾ ਮਨ ਵੀ ਡਰਦਾ ਨਹੀਂ ਹੈ, ਮਨ ਵੀ ਡੋਲਦਾ ਨਹੀਂ, ਤੇ ਤਨ ਨੂੰ ਕਾਹਦਾ ਡਰ ਹੈ। ਜਿਹੜਾ ਮਨ ਕਰਕੇ ਤਗੜਾ ਹੈ, ਉਹਦੇ ਤਨ ਨੂੰ ਕੋਈ ਡਰ ਨਹੀਂ ਹੈ। ਸਰੀਰਕ ਤੌਰ ਤੇ ਤਗੜੇ ਹੋਣਾ, ਤੰਦਰੁਸਤ ਹੋਣਾ ਬਹੁਤ ਚੰਗੀ ਗੱਲ ਹੈ, ਹੋਣਾ ਚਾਹੀਦਾ। ਪਰ ਸਰੀਰਕ ਤੌਰ ਤੇ ਤਗੜੇ ਹੋਣ ਨਾਲ ਹੀ ਕੋਈ ਤਗੜਾ ਨਹੀਂ ਹੁੰਦਾ। ਵੱਡੇ ਵੱਡੇ ਸਰੀਰਾਂ ਵਾਲੇ ਬੜੇ ਬੁਜ਼ਦਿਲ ਦੇਖੇ ਗਏ ਨੇ, ਵੱਡੇ ਵੱਡੇ ਸਰੀਰਾਂ ਵਾਲੇ ਬੜੇ ਡਰਪੋਕ ਦੇਖੇ ਗਏ ਨੇ। ਲੇਕਿਨ ਕਈ ਵਾਰ ਉਹਨਾਂ ਦੇ ਮੁਕਾਬਲੇ ਤੇ ਸਰੀਰਕ ਤੌਰ ਤੇ ਕੋਈ ਤਗੜਾ ਨਹੀਂ ਵੀ ਹੁੰਦਾ, ਲੇਕਿਨ ਉਹ ਅੰਦਰੋਂ ਬੜੇ ਦਲੇਰ ਹੁੰਦੇ ਨੇ। ਵੱਡੇ ਵੱਡੇ ਤਖਤਾਂ ਤੇ ਬੈਠੇ, ਵੱਡੇ ਵੱਡੇ ਹੋਰ ਤਾਕਤਾਂ ਵਾਲੇ ਬੜੇ ਡਰਪੋਕ ਦੇਖੇ ਗਏ ਨੇ। ਤੁਸੀਂ ਵੱਡੇ ਵੱਡੇ ਜਰਨੈਲਾਂ ਦਾ ਇਤਿਹਾਸ ਪੜ੍ਹੋਗੇ, ਨਪੋਲੀਅਨ ਵਰਗਿਆਂ ਦਾ, ਹਿਟਲਰ ਵਰਗਿਆਂ ਦਾ, ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖੋਗੇ, ਬੜੇ ਡਰਪੋਕ ਸਨ। ਦਰਅਸਲ ਉਹਨਾਂ ਦੀ ਮੌਤ ਬੜੀ ਮਾੜੀ ਹੋਈ। ਇੱਕ ਸਦਾਮ ਹੁਸੈਨ ਹੋਇਆ, ਬੜਾ ਦਲੇਰ ਗਿਣਿਆ ਜਾਂਦਾ ਸੀ, ਫਿਰ ਖੁੱਡ ਚੋਂ ਕੱਢਿਆ ਚੂਹੇ ਵਾਂਗੂ। ਇਹ ਬੜੇ ਡਰਪੋਕ ਹੁੰਦੇ ਨੇ ਜਿਹੜੇ ਤਖਤਾਂ ਤੇ ਬੈਠੇ ਹੁੰਦੇ ਨੇ, ਜਿਹੜੇ ਬਾਹਰੀ ਤੌਰ ਤੇ ਆਪਣੇ ਆਪ ਨੂੰ ਬੜੇ ਤਾਕਤਵਰ ਗਿਣਦੇ ਨੇ, ਉਹ ਅੰਦਰੋਂ ਬੜੇ ਹੀ ਬੁਜ਼ਦਿਲ ਹੁੰਦੇ ਨੇ, ਕਮਜ਼ੋਰ ਹੁੰਦੇ ਨੇ। ਔਰ ਇਹ ਗੱਲ ਚੇਤੇ ਰੱਖਣਾ, ਦੂਸਰਿਆਂ ਦੇ ਉੱਪਰ ਜ਼ੁਲਮਕਾਰੀ ਹੋ ਸਕਦਾ ਜਿਹੜਾ ਅੰਦਰੋਂ ਕਮਜ਼ੋਰ ਹੋਏ, ਜਿਹੜਾ ਅੰਦਰੋਂ ਬੁਜ਼ਦਿਲ ਹੋਏ। ਜਿਹੜਾ ਅੰਦਰੋਂ ਬਲਵਾਨ ਹੈ ਉਹ ਕਦੀ ਕਿਸੇ ਤੇ ਜ਼ੁਲਮ ਨਹੀਂ ਕਰਦਾ, ਉਹਦਾ ਤੇ ਇੱਕ ਜ਼ਿੰਦਗੀ ਦਾ ਪੱਧਰ ਬਣ ਜਾਂਦਾ। ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਨ। ਉਹ ਨਾ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ। ਡਰਿਆ ਬੰਦਾ ਦੂਜੇ ਨੂੰ ਡਰਾਉਂਦਾ, ਡਰਿਆ ਬੰਦਾ ਹੀ ਦੂਜਿਆਂ ਨੂੰ ਦਬਾ ਕੇ ਰੱਖਣਾ ਚਾਹੁੰਦਾ। ਗੁਲਾਮ ਬੰਦਾ ਦੂਜਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ। ਜਿਨੇ ਆਪ ਆਜ਼ਾਦੀ ਦਾ ਆਨੰਦ ਮਾਣਿਆ ਹੋਏ ਨਾ, ਉਹ ਕਿਸੇ ਨੂੰ ਗੁਲਾਮ ਨਹੀਂ ਬਣਾ ਕੇ ਰੱਖਦਾ। ਜਿਹੜਾ ਆਪ ਜ਼ਿੰਦਗੀ ਦੇ ਅੰਦਰ ਚੰਗਾ ਰਜਿਆ ਪੁਜਿਆ ਨੀਅਤ ਕਰਕੇ ਹੋਏ ਨਾ, ਉਹ ਆਪਣੇ ਆਲੇ ਦੁਆਲੇ ਦੇ ਜਾਂ ਆਪਣੇ ਮਤਾਹਿਤ ਲੋਕਾਂ ਨੂੰ ਵੀ ਰਜਾ ਕੇ ਰੱਖਦਾ, ਉਹਨਾਂ ਦਾ ਖੂਨ ਨਹੀਂ ਪੀਂਦਾ। ਇਹ ਨੀਅਤ ਤੇ ਡਿਪੈਂਡ ਕਰਦਾ ਹੈ। ਜਿਹੜਾ ਆਪ ਸੁਰਤ ਕਰਕੇ ਗੁਲਾਮ ਹੈ, ਜਾਂ ਜਿਨ੍ਹਾਂ ਲੋਕਾਂ ਨੇ ਗੁਲਾਮੀ ਦੀ ਜਲਾਲਤ ਨੂੰ ਝੱਲਿਆ ਹੈ, ਉਹ ਦੂਜਿਆਂ ਨੂੰ ਵੀ ਗੁਲਾਮ ਬਣ ਕੇ ਰੱਖਣਾ ਚਾਹੁੰਦੇ ਨੇ। ਜਿਨ੍ਹਾਂ ਨੇ ਆਜ਼ਾਦੀ ਨੂੰ ਮਾਣਿਆ ਹੈ, ਉਹ ਦੂਜਿਆਂ ਨੂੰ ਆਜ਼ਾਦੀ ਦਾ ਸੁੱਖ ਦੇਣਾ ਚਾਹੁੰਦੇ ਨੇ। ਪ੍ਰਮਾਤਮਾ ਨੇ ਹਰ ਮਨੁੱਖ ਨੂੰ ਆਜ਼ਾਦੀ ਦਿੱਤੀ ਹੈ, ਸੁਤੰਤਰਤਾ ਦਿੱਤੀ ਹੈ। ਜਿਹੜੇ ਪ੍ਰਮਾਤਮਾ ਦੇ ਪਿਆਰ ਜੁੜ ਕੇ ਇਹਨਾਂ ਜ਼ੰਜੀਰਾਂ ਤੋਂ ਮੁਕਤ ਹੋ ਜਾਂਦੇ ਨੇ, ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ, ਉਹ ਕਦੀ ਕਿਸੇ ਨੂੰ ਗੁਲਾਮ ਦੇਖ ਹੀ ਨਹੀਂ ਸਕਦੇ। ਉਹ ਤੇ ਦੂਜਿਆਂ ਦੀ ਆਜ਼ਾਦੀ ਦੀ ਰੱਖਿਆ ਕਰਦੇ ਨੇ, ਸਗੋਂ ਦੂਜਿਆਂ ਦੀ ਆਜ਼ਾਦੀ ਦੀ ਰੱਖਿਆ ਕਰਦੇ ਨੇ। ਪਰ ਜਿਹੜੇ ਆਪ ਅੰਦਰੋਂ ਗੁਲਾਮ ਹੁੰਦੇ ਨੇ, ਉਹ ਹਮੇਸ਼ਾ ਹੀ ਦੂਜਿਆਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ, ਉਹ ਦੂਜਿਆਂ ਨੂੰ ਨੀਵਾਂ ਦੇਖਣਾ ਚਾਹੁੰਦੇ ਨੇ, ਉਹ ਲੋਕਾਂ ਨੂੰ ਗਰੀਬ ਦੇਖਣਾ ਚਾਹੁੰਦੇ ਨੇ। ਰੱਜਿਆ ਹੋਇਆ ਮਨੁੱਖ ਦੂਜੇ ਨੂੰ ਪ੍ਰਸੰਨ ਦੇਖਣਾ ਚਾਹੁੰਦਾ ਹੈ। ਜਿਹੜਾ ਅੰਦਰੋਂ ਨੀਅਤ ਕਰਕੇ ਭੁੱਖਾ ਹੈ, ਉਹ ਚਾਹੁੰਦਾ ਕਿ ਮੇਰੇ ਆਲੇ ਦੁਆਲੇ ਸਭ ਭਿਖਾਰੀ ਫਿਰਨ, ਕੋਈ ਰੱਜ ਕੇ ਰੋਟੀ ਨਾ ਖਾਏ। ਇਹੋ ਜਿਹੇ ਉਹ ਪ੍ਰਬੰਧ ਕਰਨਾ ਚਾਹੁੰਦਾ ਹੈ ਕਿ ਸਮਾਜ ਜਿਹੜਾ ਨਾ ਮੰਗਤਾ ਜਿਹਾ ਬਣਿਆ ਰਹੇ, ਕਿਸੇ ਨੂੰ ਸਿਰ ਉਠਾਉਣ ਦਾ ਮੌਕਾ ਨਾ ਮਿਲੇ, ਕੋਈ ਰੱਜ ਕੇ ਰੋਟੀ ਨਾ ਖਾਏ, ਲੋਕੀ ਰੋਟੀ 'ਚ ਉਲਝੇ ਰਹੇ। ਔਰ ਆਪਾਂ ਦੇਖਦੇ ਹਾਂ ਦੁਨੀਆ 'ਚ ਇੱਕ ਸਿਸਟਮ ਬਣ ਰਿਹਾ ਹੈ, ਆਪਣੇ ਮੁਲਕ 'ਚ ਵੀ ਬਣ ਰਿਹਾ ਹੈ, ਕਿ ਬੰਦੇ ਨੂੰ ਰੋਟੀ ਕਮਾਉਣ ਤੋਂ ਹੋਸ਼ ਹੀ ਨਾ ਮਿਲੇ। ਸਿਸਟਮ ਇਹੋ ਜਿਹਾ ਬਣਾ ਦਿਓ ਕਿ ਬੰਦਾ 8 ਘੰਟੇ ਕੰਮ ਕਰਕੇ ਥੱਕ ਕੇ ਆ ਕੇ ਸੌਂ ਜਾਏ, ਉਹਨੂੰ ਕੋਈ ਨਾ ਮੁਲਕ ਦਾ ਖਿਆਲ ਰਹੇ ਨਾ ਆਪਣਾ ਖਿਆਲ ਰਹੇ, ਬਸ ਕੰਮ 'ਚ ਹੀ ਉਲਝਿਆ ਰਹੇ। ਇਹੀ ਹੈ ਨਾ ਸਿਸਟਮ, ਆਪਾਂ ਪੱਛਮੀ ਕੰਟਰੀਆਂ 'ਚ ਦੇਖਦੇ ਹਾਂ, ਇੱਥੇ ਵੀ ਉਹੋ ਜਿਹਾ ਬਣ ਰਿਹਾ। ਬੰਦਾ ਕੰਮ 'ਚ ਇਹੋ ਜਿਹਾ ਉਲਝ ਜਾਏ,
ਉਹਨੂੰ ਰੋਟੀ ਦੀ ਹੀ ਚਿੰਤਾ ਲੱਗੀ ਰਹੇ, ਇਹੋ ਜਿਹੇ ਕਾਨੂੰਨ ਬਣਾ ਲਿਓ ਉਹ ਇਸ ਚਿੰਤਾ ਚੋਂ ਨਿਕਲ ਕੇ ਕਿਤੇ ਆਜ਼ਾਦੀ ਦੀ ਜਾਂ ਮੁਲਕ ਦੀ ਗੱਲ ਸੋਚ ਨਾ ਸਕੇ, ਅਸੀਂ ਜਿੱਦਾਂ ਮਰਜ਼ੀ ਲੁੱਟੀ ਜਾਈਏ ਕੁੱਟੀ ਜਾਈਏ, ਕੋਈ ਬੋਲ ਹੀ ਨਾ ਸਕੇ। ਲੇਕਿਨ ਗੁਰਮਤਿ ਨੇ ਇੱਕ ਸਿਸਟਮ ਦਿੱਤਾ ਹੈ। ਗੁਰਮਤਿ ਨੇ ਸਿਸਟਮ ਸਭ ਤੋਂ ਪਹਿਲਾਂ ਦਿੱਤਾ ਕਿ ਮਨ ਦੀਆਂ ਜ਼ੰਜੀਰਾਂ ਤੋੜੋ। ਮਨ ਨੂੰ ਜ਼ੰਜੀਰਾਂ ਪਈਆਂ ਹੋਈਆਂ ਨੇ, ਬਾਹਰਲੀਆਂ ਜ਼ੰਜੀਰਾਂ ਤੋੜਨੀਆਂ ਔਖੀਆਂ ਨੇ, ਪਰ ਇੰਨੀਆਂ ਔਖੀਆਂ ਨਹੀਂ ਜਿੰਨੀਆਂ ਮਨ ਦੀਆਂ ਜ਼ੰਜੀਰਾਂ ਤੋੜਨੀਆਂ ਔਖੀਆਂ ਨੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਕੱਟੀ ਨਾ ਕੱਟੇ ਟੂਟ ਨਾ ਜਾਈ, ਸੱਸ ਸਾਪਨ ਹੋਏ ਜਗ ਕੋ ਕਾਈ। ਆ ਜਿਹੜੀਆਂ ਮਨ ਨੂੰ ਜ਼ੰਜੀਰਾਂ ਪਈਆਂ ਨੇ ਅੰਧ ਵਿਸ਼ਵਾਸ ਦੀਆਂ, ਅਗਿਆਨਤਾ ਦੀਆਂ, ਇਹਨੂੰ ਕਿਸੇ ਤਰੀਕੇ ਨਾਲ ਕੱਟਿਆ ਨਹੀਂ ਜਾ ਸਕਦਾ। ਇਹ ਸੱਪ ਬਣ ਕੇ ਮਨੁੱਖੀ ਸਮਾਜ ਨੂੰ ਖਾ ਰਹੀਆਂ ਨੇ, ਸੱਪ ਬਣ ਕੇ ਨਿਗਲ ਰਹੀਆਂ ਨੇ। ਤੁਸੀਂ ਇਮਾਨਦਾਰੀ ਨਾਲ ਦੇਖੋ ਕਿੰਨੀ ਕਿਰਤ ਕਰਦੇ ਨੇ ਲੋਕ, ਕਿੰਨੀ ਮਿਹਨਤ ਕਰਦੇ ਨੇ ਕਿਰਤੀ ਲੋਕ, ਤੇ ਉਹਨਾਂ ਦੀ ਕਿਰਤ ਜਿਹੜੀ ਹੈ ਕਿੱਥੇ ਉਡਾਈ ਜਾ ਰਹੀ ਹੈ? ਕਬਰਾਂ ਤੇ ਜਾ ਕੇ ਉਡਾਈ ਜਾ ਰਹੀ ਹੈ। ਉਹਨਾਂ ਦੀ ਕਿਰਤ ਨੂੰ ਕੌਣ ਲੁੱਟ ਰਹੇ ਨੇ? ਵਿਲੜ ਲੋਕ ਲੁੱਟ ਰਹੇ ਨੇ, ਜਿਹੜੇ ਬੜੇ ਭ੍ਰਿਸ਼ਟ ਲੋਕ ਨੇ ਉਹ ਲੁੱਟ ਰਹੇ ਨੇ। ਔਰ ਉਹਨਾਂ ਦੇ ਡੇਰੇ ਤੁਸੀਂ ਜਾ ਕੇ ਦੇਖੋ ਕਿੰਨੀਆਂ ਕਿੰਨੀਆਂ ਮਹਿੰਗੀਆਂ ਉਹਨਾਂ ਕੋਲ ਚੀਜ਼ਾਂ ਨੇ, ਹੈਰਾਨ ਰਹਿ ਜਾਈਦਾ ਹੈ। ਕਿਰਤੀ ਬੰਦਾ ਜਿੰਨੀ ਮਰਜ਼ੀ ਕਿਰਤ ਕਰ ਲੇ ਉਹਦੇ ਕੋਲ ਚੀਜ਼ਾਂ ਆ ਨਹੀਂ ਸਕਦੀਆਂ, ਉਹਦੇ ਕੋਲ ਉਹ ਚੀਜ਼ਾਂ ਨਹੀਂ ਆ ਸਕਦੀਆਂ। ਕਿਰਤੀ ਘਰ ਹੀ ਬਣਾ ਲੇਗਾ, ਆਪਣਾ ਇੱਕ ਵਧੀਆ ਬਣਾ ਲੇਗਾ, ਕੋਈ ਆਪਣੀ ਲੋੜ ਲਈ ਹੋਰ ਚੀਜ਼ਾਂ ਲੈ ਲੇਗਾ, ਪਰ ਉਹ ਇੰਨੀਆਂ ਉਹਨਾਂ ਵਿਰੜ ਲੋਕਾਂ ਕੋਲ ਜਿਹੜੀਆਂ ਮਹਿੰਗੀਆਂ ਸਹੂਲਤਾਂ ਨੇ ਉਹ ਤੁਸੀਂ ਜਿੰਨੇ ਮਰਜ਼ੀ ਯਤਨ ਕਰ ਲਓ ਮਿਹਨਤ ਕਰਕੇ ਤੇ ਬਣਾ ਨਹੀਂ ਸਕਦੇ। ਕਿੱਥੋਂ ਆ ਜਾਂਦੀਆਂ ਨੇ? ਉਹ ਆ ਜਾਂਦੀਆਂ ਨੇ ਲੋਕਾਂ ਦੀ ਜਿਹੜੀ 10 ਨੌਵਾਂ ਦੀ ਕਿਰਤ ਨੂੰ ਲੁੱਟਿਆ ਹੋਇਆ। ਤੇ ਲੁੱਟਿਆ ਕਿਵੇਂ? ਗਲ 'ਚ ਇੱਕ ਰੱਸੀ ਪਾ ਲਈ ਕਿ ਤੁਸੀਂ ਇੱਥੇ ਹਰ ਮੱਸਿਆ ਤੇ ਹੀ ਆਇਆ ਕਰੋ, ਤੁਸੀਂ ਹਰ ਪੁੰਨਿਆ ਤੇ ਆਇਆ ਕਰੋ, ਤੁਸੀਂ ਇੱਥੇ ਇੱਕ ਵੱਡਾ ਹਰ ਮਹਿੰਗਾ ਪਾਠ ਕਰਾ ਦਿਓ। ਮਹਿੰਗਾ ਪਾਠ ਦੇਖੋ ਨਾ, ਪਾਠ ਵੀ ਮਹਿੰਗਾ ਤੇ ਸਸਤਾ ਬਣ ਗਿਆ। ਇੱਕ ਗਰੀਬ ਦਾ ਪਾਠ ਅਸੀਂ ਮੰਦਰਾਂ 'ਚ ਤੇ ਜਾ ਕੇ ਦੇਖਦੇ ਹਾਂ, ਜਾਂ ਇੱਕ ਇਹੋ ਜਿਹੇ ਧਰਮ ਸਥਾਨ ਨੇ ਕਿ ਤੁਸੀਂ VIP ਲਾਈਨ 'ਚ ਲੱਗਣਾ ਤੇ ਇੱਥੇ ਬਹੁਤੇ ਪੈਸੇ ਦਿਓ, ਦੂਜੀ 'ਚ ਲੱਗਣਾ ਤੇ ਉੱਥੇ ਹੋਰ ਬਹੁਤੇ ਪੈਸੇ ਦਿਓ। ਇਹੋ ਜਿਹੀਆਂ ਤੇ ਅਸੀਂ ਸੁਣੀਆਂ ਸੀ ਗੱਲਾਂ, ਪਰ ਇਹ ਗੱਲਾਂ ਸਾਡੇ 'ਚ ਆ ਗਈਆਂ ਕਿ ਲੱਖ ਵਾਲਾ ਪਾਠ ਕਰਾਉਣਾ ਹੈ, ਕਿਹੜਾ ਪਾਠ ਕਰਾਉਣਾ, ਕਿੰਨੇ ਦਿਨਾਂ ਵਾਲਾ ਕਰਾਉਣਾ। ਇਹ ਕੀ ਹੋਇਆ ਜੀ? ਪਾਠ ਵੀ ਵੰਡੇ ਗਏ, ਪਾਠ ਵੀ ਮਹਿੰਗੇ ਸਸਤੇ ਹੋ ਗਏ। ਗੁਰਬਾਣੀ ਤਾਂ ਸਾਰੀ ਸਾਂਝੀ ਹੈ, ਇਹ ਸਿਰਫ ਤਾਂ ਸਿਰਫ ਇੱਕ ਜ਼ੰਜੀਰ ਪਾਈ ਗਈ ਸਾਡੇ ਗਲ 'ਚ ਲੁੱਟਣ ਦੇ ਲਈ। ਸਾਸ ਸਾਪਨ ਹੋਏ ਜਗ ਕੋ ਖਾਈ, ਇਹ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਂਕਲ ਜੇਵਰੀ ਲੈ ਹੈ ਆਈ। ਇਹ ਜਿਹੜੀਆਂ ਰੱਸੀਆਂ ਤੇ ਜੰਜੀਰਾਂ ਤਿਆਰ ਕੀਤੀਆਂ ਗਈਆਂ ਕਰਮ ਕਾਂਡਾਂ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜੋਗੇ, ਇਹਦੇ ਚ ਨਰੋਲ ਤੁਹਾਨੂੰ ਜੀਵਨ ਜਾਂਚ ਦੱਸੀ ਹੈ। ਜੇ ਤੁਸੀਂ ਉਹਦੇ ਅਰਥ ਗੁਰਬਾਣੀ ਅਨੁਸਾਰ ਕਰੋਗੇ, ਮੇਰੇ ਵਰਗੇ ਦੀਆਂ ਸੁਣੀਆਂ ਕਥਾ ਕਹਾਣੀਆਂ ਨਹੀਂ ਕਰਨੇ ਕਿ ਫਲਾਣੇ ਨੇ ਕਿਹਾ ਸੀ ਇਹ ਅਰਥ ਤੇ ਇਹੀ ਮੰਨਣਾ। ਕਈ ਲੋਕ ਨਾਰਾਜ਼ ਹੋ ਜਾਂਦੇ ਨੇ, ਇਹ ਜਦੋਂ ਗੱਲਾਂ ਗੁਰਬਾਣੀ ਦੀਆਂ ਨਿਕਲਾਬੀ ਸੁਣਦੇ ਨੇ ਬਹੁਤ ਨਾਰਾਜ਼ ਹੋ ਜਾਂਦੇ ਨੇ ਕਿ ਤੁਸੀਂ ਉਹ ਜਿਹੜੇ ਫਲਾਣੇ ਅਰਥ ਫਲਾਣੇ ਕੀਤੇ ਉਹ ਕਿਉਂ ਨਹੀਂ ਕਰਦੇ ਜੀ ਤੁਸੀਂ? ਉੱਥੇ ਤੇ ਇੱਥਾਂ ਕਿਹਾ ਗਿਆ ਹੈ, ਜਿੰਨਾ ਕਿਸੇ ਨੂੰ ਗਿਆਨ ਉਹਨੇ ਕਹਿ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਆਪ ਹੀ ਅਰਥ ਕੀਤੇ ਨੇ। ਸਾਨੂੰ ਬਾਹਰੋਂ ਕਥਾ ਕਹਾਣੀਆਂ ਜੋੜਨ ਦੀ ਲੋੜ ਹੀ ਕੀ ਹੈ? ਜੇ ਸਤਿਗੁਰੂ ਜੀ ਨੇ ਇਹੋ ਜਿਹੀਆਂ ਕਹਾਣੀਆਂ ਜੋੜਨੀਆਂ ਦੀਆਂ ਗੁਰਬਾਣੀ 'ਚ ਨਾ ਅੰਕਿਤ ਕਰ ਜਾਂਦੇ ਹੋ। ਸਤਿਗੁਰੂ ਜੀ ਨੇ ਗੁਰਬਾਣੀ 'ਚ ਇਹੋ ਜਿਹੀ ਮਿਥਿਆਕ ਕਹਾਣੀ ਲਿਖੀ ਕੋਈ ਨਹੀਂ। ਗੁਰਬਾਣੀ ਨਰੋਲ ਸੱਚ ਹੈ, ਨਰੋਲ ਇੱਕ ਜੀਵਨ ਜਾਂਚ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੀਆਂ ਅੰਧ ਵਿਸ਼ਵਾਸ ਦੀਆਂ, ਇਹ ਗੁਲਾਮੀ ਦੀਆਂ, ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਨੇ, ਇਹ ਕੱਟਣੀਆਂ ਬੜੀਆਂ ਔਖੀਆਂ ਨੇ, ਪਰ ਮੈਂ ਕੱਟ ਲੀਆਂ। ਕਹਿਣ ਲੱਗੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਗੰਗਾ ਕੀ ਲਹਿਰ। ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਗੰਗਾ ਜਲ ਗੁਰੂ ਗੋਬਿੰਦ ਨਾਮ, ਪਰਮਾਤਮਾ ਦੇ ਨਾਮ ਨਾਲ ਜੁੜਿਆ, ਤੇ ਉਸ ਨਾਮ ਦੇ ਰਾਹੀਂ ਇੱਕ ਲਹਿਰ ਆਈ ਮੇਰੇ ਅੰਦਰ। ਉਹ ਲਹਿਰ ਸੀ ਆਤਮਿਕ ਗਿਆਨ ਦੀ, ਉਹ ਲਹਿਰ ਸੀ ਰੱਬੀ ਗਿਆਨ ਦੀ। ਉਸ ਰੱਬੀ ਗਿਆਨ ਦੀ ਲਹਿਰ ਦੇ ਨਾਲ ਮੇਰੀਆਂ ਜ਼ੰਜੀਰਾਂ ਟੁੱਟ ਗਈਆਂ, ਤੇ ਹੁਣ ਮੈਂ ਇਹਨਾਂ ਜ਼ੰਜੀਰਾਂ ਤੋਂ ਮੁਕਤ ਹੋ ਕੇ ਟਿਕ ਕੇ ਬੈਠ ਗਿਆ। ਮਿਰਗਸ਼ਾਲਾ ਤੇ ਨਹੀਂ ਜਿਵੇਂ ਬੈਠ ਕੇ ਸੰਤ ਲੋਕ ਭਗਤੀ ਕਰਦੇ, ਬੰਦਗੀ ਕਰਦੇ, ਤਪਸਵੀ ਲੋਕ, ਮੈਂ ਟਿਕ ਗਿਆ, ਸਹਿਜ ਅਵਸਥਾ ਵਿੱਚ ਚਲੇ ਗਿਆ। ਤੇ ਬਾਬਾ ਕਬੀਰ ਸਾਹਿਬ ਜੀ ਸੰਸਾਰ ਦੇ ਲੋਕਾਂ ਨੂੰ ਵੀ ਕਹਿੰਦੇ ਕਿ ਦੁਨੀਆ ਦੇ ਲੋਕੋ, ਅੱਜ ਜਿਨ੍ਹਾਂ ਜ਼ੰਜੀਰਾਂ ਤੁਸੀਂ ਬੱਝੇ ਹੋਏ ਹੋ, ਜਾਂ ਜਿਨ੍ਹਾਂ ਕਰਮ ਕਾਂਡਾਂ 'ਚ ਅੰਧ ਵਿਸ਼ਵਾਸਾਂ ਜੁੜੇ ਹੋਏ ਹੋ, ਕਿਸੇ ਨੇ ਦੁੱਖਾਂ ਨੂੰ ਤੁਹਾਨੂੰ ਮੁਕਤ ਨਹੀਂ ਕਰਨਾ। ਕਹਿ ਕਬੀਰ ਕੋ ਸੰਗ ਨਾ ਸਾਥ, ਇਹਨਾਂ ਚੋਂ ਕੋਈ ਤੁਹਾਡਾ ਸੰਗੀ ਸਾਥੀ ਔਖੇ ਵੇਲੇ ਨਹੀਂ ਬਣ ਸਕਦਾ। ਗੁਰਬਾਣੀ ਨੇ ਗੱਜ ਕੇ ਇਹ ਗੱਲ ਕਹੀ ਹੈ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਿਖਿਆਨ, ਜੋਗ ਅਭਿਆਸ ਕਰਮ ਤਨ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ। ਅਖੀਰ ਤੇ ਗੱਲ ਕਹੀ, ਨਹੀਂ ਤੁਲ ਰਾਮ ਨਾਮ ਵਿਚਾਰ, ਜਿੰਨੇ ਮਰਜੀ ਜਪ ਕਰ ਲੋ, ਚਲੀਸੇ ਕੱਟ ਲੋ, ਨੰਗੇ ਪੈਰੀ ਚੱਲ ਜਾਓ, ਤੁਸੀਂ ਜੰਗਲਾਂ ਫਿਰ ਲੋ, ਧੂੜੀਆਂ ਤਾ ਲੋ, ਜੋ ਕੁਝ ਮਰਜੀ ਕਰ ਲੋ, ਭੁੱਖੇ ਰਹਿ ਲੋ, ਨਹੀਂ ਤੁਲ ਰਾਮ ਨਾਮ ਵਿਚਾਰ। ਬਾਬਾ ਨਾਮਦੇਵ ਸਾਹਿਬ ਜੀ ਨੇ ਕਿਹਾ ਸੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੇ।
ਇਹ ਜਿਨ੍ਹਾਂ ਨੇ ਜੰਜੀਰਾਂ ਕਾਇਮ ਕੀਤੀਆਂ, ਮਨੁੱਖ ਨੂੰ ਬੰਨ ਬੰਨ ਕੇ ਕੋਲ ਜਾ ਕੇ ਕਹਿਣ ਲੱਗੇ ਕਿ ਜੇ ਤੂੰ ਅਗਲਾ ਸਵਰਗ ਲੈਣਾ ਨਾ, ਜਿਸ ਸਵਰਗ ਦਾ ਜ਼ਿਕਰ ਪਿਛਲੇ ਸ਼ਬਦ ਅੰਦਰ ਬਾਬਾ ਕਬੀਰ ਸਾਹਿਬ ਜੀ ਨੇ ਕੀਤਾ ਸੀ ਕਿ ਉਹਾਂ ਚਲਨ ਜਾਨ ਹੈ, ਉਹਾਂ ਚਲਨ ਜਾਨ ਹੈ, ਕੋ ਨਾ ਜਾਣਾ ਬੈਕੁੰਠ ਹੈ ਕਹਾਂ। ਹਰ ਕੋਈ ਉੱਥੇ ਜਾਣ ਦੀ ਗੱਲ ਕਰਦਾ, ਪਰ ਉਹਨਾਂ ਨੂੰ ਬੈਕੁੰਠ ਦਾ ਪਤਾ ਨਹੀਂ ਹੈ। ਉਸ ਬੈਕੁੰਠ ਦੇ ਨਾਂ ਤੇ ਇਹ ਕਿਹਾ ਗਿਆ ਕਿ ਜੇ ਉਹ ਬੈਕੁੰਠ ਲੈਣਾ ਨਾ ਤੇ ਤੁਸੀਂ ਆ ਕੇ ਨਾ ਇੱਥੇ ਆਰੇ ਨਾਲ ਚਿਰ ਕੇ ਮਰ ਜਾਓ, ਸਭ ਕੁਝ ਦਾਨ ਕਰਕੇ। ਬਨਾਰਸ ਵਿੱਚ ਇਹ ਆਰਾ ਸੀ ਲੱਗਾ ਹੋਇਆ, ਤੇ ਨਾਲ ਇੱਕ ਕੰਡੀਸ਼ਨ ਲਾਈ ਕਿ ਜੇ ਤੁਸੀਂ ਆਪਣੀ ਧਰਮ ਪਤਨੀ ਨੂੰ ਗਹਿਣਿਆਂ ਦੇ ਨਾਲ ਅਰਪਣ ਕਰੇ ਸ਼ਿੰਗਾਰ ਸਮੇਤ, ਅਰਪੇ ਨਾਰ ਸ਼ਿੰਗਾਰ ਸਮੇਤ, ਗੁਰਬਾਣੀ ਦੇ ਬਚਨ। ਜੇ ਤੁਸੀਂ ਆਪਣੀ ਇਸਤਰੀ ਨੂੰ ਐਨ ਗਹਿਣਿਆਂ ਨਾਲ ਸ਼ਿੰਗਾਰ ਕੇ ਦਾਨ ਕਰ ਦਿਓ ਇੱਥੇ ਨਾ, ਤੇ ਆਪ ਚਿਰ ਕੇ ਮਰ ਜਾਓ ਤੇ ਸਵਰਗ ਤੁਹਾਨੂੰ ਮਿਲੇਗਾ। ਤੁਹਾਨੂੰ ਮਰਨ ਤੋਂ ਬਾਅਦ ਸਵਰਗ ਮਿਲ ਜਾਏਗਾ। ਇਹ ਤੋਂ ਵੱਡੀਆਂ ਮਜ਼ਬੂਤ ਰੱਸੀਆਂ ਹੋ ਸਕਦੀਆਂ ਨੇ, ਇਹਨਾਂ ਨੂੰ ਤੋੜਨਾ ਬੜਾ ਔਖਾ ਹੈ। ਕਿੰਨੀ ਸੂਰਮਗਤੀ ਬਾਬਾ ਕਬੀਰ ਸਾਹਿਬ ਜੀ ਦੀ। ਉਸੇ ਧਰਤੀ ਤੇ ਜਿੱਥੇ ਜ਼ੰਜੀਰਾਂ ਤਿਆਰ ਹੋਈਆਂ, ਉੱਥੇ ਉਹਨਾਂ ਨੇ ਤੋੜਨ ਦੀ ਗੱਲ ਕਹੀ ਹੈ। ਦੁਨੀਆ ਗੰਗਾ ਤੇ ਨਹਾਉਣ ਲਈ ਜਾਂਦੀ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇਤਿਹਾਸ ਪੜ੍ਹੋ, ਗੰਗਾ ਦੀਆਂ ਪੌੜੀਆਂ 'ਚ ਲੰਮੇ ਪੈ ਗਏ, ਨਹਾਉਣ ਵਾਲਿਆਂ ਦੇ ਰਸਤੇ 'ਚ ਉੜਿੱਕਾ ਜਿਹਾ ਬਣ ਕੇ ਬੈਠ ਗਏ। ਭਾਈ ਗੁਰਦਾਸ ਜੀ ਨੇ ਘਟਨਾ ਲਿਖੀ ਹੈ ਕਿ ਰਾਮਾਨੰਦ ਜੀ ਜਾ ਰਹੇ ਨੇ ਸਵੇਰੇ ਸਵੇਰੇ ਇਸ਼ਨਾਨ ਕਰਨ ਦੇ ਲਈ, ਪੈਰ ਲੱਗਾ ਕਿਸੇ ਨੂੰ, ਕਹਿਣਗੇ ਤੇ ਕੋਈ ਬੰਦਾ ਸੁੱਤਾ ਨੇੜੇ ਦੇਖਿਆ, ਉਠਾਇਆ ਕੌਣ ਵੀ, ਕਹਿਣ ਲੱਗਾ ਕਬੀਰ, ਉੱਠ ਵੇ ਰਾਮ ਕੇ, ਰਾਮ ਕੋ, ਰਾਮ ਦੀ ਬੰਦਗੀ ਜੁੜ ਗਈ। ਬਾਬਾ ਕਬੀਰ ਸਾਹਿਬ ਜੀ ਨੇ ਕਿਤੇ ਨਹੀਂ ਕਿਹਾ ਕਿ ਗੰਗਾ 'ਚ ਨਹਾਤਿਆਂ ਤੁਹਾਨੂੰ ਮੁਕਤੀ ਮਿਲੇ। ਬਾਬਾ ਕਬੀਰ ਸਾਹਿਬ ਜੀ ਨੇ ਪ੍ਰਮਾਤਮਾ ਦੇ ਨਾਮ ਦੇ ਜਲ ਦੀ ਗੰਗਾ ਦੀ ਗੱਲ ਕੀਤੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਥੇ ਵੀ ਜਦੋਂ ਮੈਂ ਵਾਹਿਗੁਰੂ ਜੀ ਦੇ ਸਿਮਰਨ ਜੁੜਿਆ, ਮੇਰੀ ਤਾਂ ਆ ਕਰਮਕਾਂਡਾਂ ਦੀਆਂ ਜ਼ੰਜੀਰਾਂ ਟੁੱਟ ਗਈਆਂ, ਤੇ ਹੁਣ ਤੇ ਮੈਂ ਬੜੇ ਆਨੰਦ ਵਿੱਚ ਪ੍ਰਮਾਤਮਾ ਦੇ ਪਿਆਰ ਟਿਕ ਗਿਆ। ਦੁਨੀਆ ਦੇ ਲੋਕੋ, ਤੁਸੀਂ ਵੀ ਚੇਤੇ ਰੱਖੋ, ਕਿਸੇ ਕਰਮਕਾਂਡ ਨੇ ਤੁਹਾਡਾ ਸਾਥ ਨਹੀਂ ਦੇਣਾ, ਇਹਨੇ ਤੁਹਾਨੂੰ ਦੁੱਖਾਂ ਤੋਂ ਮੁਕਤ ਨਹੀਂ ਕਰਨਾ। ਜੇ ਦੁੱਖਾਂ ਤੋਂ ਮੁਕਤ ਹੋਣੇ, ਜਲ ਥਲ ਰਾਖਨ ਹੈ ਰਘੁਨਾਥ। ਹਰ ਥਾਂ ਤੇ ਮਦਦਗਾਰ ਬਣਦਾ ਹੈ ਪਰਮ ਪਿਤਾ ਪ੍ਰਮਾਤਮਾ ਦਾ ਨਾਮ। ਜਿਉਂ-ਜਿਉਂ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰੋਗੇ, ਸਿਮਰਨ ਦਾ ਅਰਥ ਇਹ ਨਹੀਂ ਹੈ ਕਿ ਇੰਨੇ ਮਿੰਟ ਕਰਨਾ ਹੈ, ਇੰਨੇ ਘੰਟੇ ਕਰਨਾ ਹੈ, ਇੰਨੀਆਂ ਮਾਲਾ ਫੇਰਨੀਆਂ ਨੇ, ਜਾਂ ਇੰਨੇ ਆਪਾਂ ਪਾਠ ਕਰਨੇ ਨੇ। ਮੁਬਾਰਕ ਹੈ ਜਿਹੜਾ ਜਿੱਦਾਂ ਵੀ ਕੋਈ ਕਰਦਾ, ਪਰ ਸਿਮਰਨ ਦਾ ਅਰਥ ਹੈ ਕਿ ਆਪਣੀ ਸੁਰਤ ਵਿੱਚ ਰੱਬੀ ਗੁਣਾਂ ਨੂੰ ਵਸਾਉਣਾ। ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਕਿ ਵਾਹਿਗੁਰੂ ਨਿਰਭਉ ਹੈ, ਨਿਰਵੈਰ ਹੈ, ਵਾਹਿਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਵਾਹਿਗੁਰੂ ਪਰਉਪਕਾਰੀ ਹੈ। ਉਹ ਰੱਬੀ ਗੁਣਾਂ ਨੂੰ ਆਪਣੇ ਕਿਰਦਾਰ ਵਿੱਚ ਲੈ ਲਿਆਉਣਾ। ਜਿਉਂ-ਜਿਉਂ ਤੁਹਾਡੇ ਅੰਦਰ ਉਹ ਨਿਰਭੈਤਾ ਆਏਗੀ, ਗੁਰਬਾਣੀ ਕਹਿੰਦੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਦਾ ਸਿਮਰਨ ਕਰਦਿਆਂ ਤੁਸੀਂ ਨਿਰਭਉ ਹੋ ਜਾਓਗੇ, ਨਿਰਵੈਰ ਦਾ ਸਿਮਰਨ ਕਰਦਿਆਂ ਤੁਸੀਂ ਨਿਰਵੈਰ ਹੋ ਜਾਓਗੇ। ਉਹ ਪਰਉਪਕਾਰੀ ਪ੍ਰਮਾਤਮਾ ਦੇ ਪਿਆਰ ਜੁੜ ਕੇ ਤੁਸੀਂ ਵੀ ਪਰਉਪਕਾਰੀ ਹੋ ਜਾਓਗੇ। ਜਿਉਂ-ਜਿਉਂ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋਗੇ, ਉਹ ਤੁਹਾਡੀ ਸੁਰਤ ਵਿੱਚ, ਤੁਹਾਡੇ ਜੀਵਨ 'ਚ ਉਤਰਦਾ ਜਾਏਗਾ, ਤੇ ਪ੍ਰਮਾਤਮਾ ਹਰ ਥਾਂ ਤੇ ਤੁਹਾਨੂੰ ਆਨੰਦ ਦੇਵੇਗਾ। ਫਿਰ ਤੇ ਜੈ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਜਿੱਥੇ ਜਾਓਗੇ ਹਰ ਥਾਂ ਤੇ ਸੁਖੀ ਰਹੋਗੇ। ਫਿਰ ਉਠਤ ਸੁਖੀਆ ਬੈਠਤ ਸੁਖੀਆ, ਉੱਠਦਿਆਂ ਬੈਠਦਿਆਂ ਹਰ ਵੇਲੇ ਅਸੀਂ ਸੁਖੀ ਰਵਾਂਗੇ। ਫਿਰ ਸੁਖ ਲਈ ਤਿਆਰੀ ਨਹੀਂ ਕਰਨੀ ਪਏਗੀ ਕਿ ਫਲਾਣੇ ਵੇਲੇ ਬੜੇ ਸੁਖੀ ਸਾਂ ਤੇ ਫਲਾਣੇ ਵੇਲੇ ਅਸੀਂ ਦੁਖੀ ਹੋ ਗਏ। ਫਿਰ ਇਹ ਉਤਰਾ ਚੜਾ ਨਹੀਂ ਜ਼ਿੰਦਗੀ ਚ ਆਉਣਗੇ। ਫਿਰ ਸੇ ਜ਼ਿੰਦਗੀ ਅੰਦਰ ਇੱਕ ਅਜਿਹੀ ਅਵਸਥਾ ਬਣ ਜਾਏਗੀ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਦੇਣਾ, ਜਿੱਥੇ ਨਾ ਮੌਤ ਦਾ ਡਰ, ਨਾ ਬੁਢੇਪੇ ਦੀ ਚਿੰਤਾ, ਨਾ ਕੋਈ ਹੋਰ ਫਿਕਰ। ਹਰ ਥਾਂ ਤੇ ਉਹ ਪ੍ਰਮਾਤਮਾ ਹੀ ਤੁਹਾਡਾ ਮਦਦਗਾਰ ਬਣੇਗਾ। ਭਾਵ ਰੱਬੀ ਗੁਣ ਤੁਹਾਡੇ ਹਿਰਦੇ 'ਚ ਵਸ ਜਾਣਗੇ। ਬਾਬਾ ਕਬੀਰ ਸਾਹਿਬ ਜੀ ਦਾ ਇਹ ਪਵਿੱਤਰ ਸ਼ਬਦ ਬੜਾ ਭਾਵਪੂਰਤ ਹੈ, ਜਿਹਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ। ਭਗਤ ਜੀ ਕਹਿੰਦੇ ਗੰਗ ਗੁਸਾਇਨ ਗਹਿਰ ਗੰਭੀਰ, ਪਰਮਾਤਮਾ ਦੇ ਨਾਮ ਦੇ ਜਲ ਦੀ ਗੰਗਾ ਬੜੀ ਗੂੜੀ ਹੈ, ਬੜੀ ਡੂੰਗੀ ਹੈ, ਬੜੀ ਗੰਭੀਰ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਜ਼ੰਜੀਰ ਬਾਂਧ ਕਰ ਖੜੇ ਕਬੀਰ, ਮੈਂ ਕਬੀਰ ਤਾਂ ਵਾਹਿਗੁਰੂ ਜੀ ਦੇ ਇਸ ਨਾਮ ਦੀ ਗੰਗਾ ਤੇ ਨਾ ਜ਼ੰਜੀਰ ਬਣ ਕੇ ਖੜਾ ਹਾਂ, ਉਹਦੇ ਹੁਕਮ ਵਿੱਚ ਸੁਰਤ ਜੋੜ ਕੇ ਖੜਾ ਹਾਂ। ਮੇਰੀ ਸੁਰਤ ਉਹਦੇ ਪਿਆਰ ਜੁੜ ਗਈ ਹੈ, ਜਿਵੇਂ ਗਲ 'ਚ ਰੱਸੀ ਨਹੀਂ ਪਾਈ ਹੁੰਦੀ, ਹੁਣ ਗਲ ਕੀ ਹੈ? ਗੁਰਬਾਣੀ 'ਚ ਕਿਹਾ ਹੈ ਕਿ ਆਪਣੇ ਹਿਰਦੇ ਰੂਪੀ ਕੰਠ ਵਿੱਚ ਤੁਸੀਂ ਨਾ ਵਾਹਿਗੁਰੂ ਜੀ ਦੇ ਨਾਮ ਨੂੰ ਪਰੋ ਲਓ। ਹਿਰਦੇ ਦੇ ਕੰਠ ਦੀ ਗੱਲ ਹੈ। ਜੰਜੀਰ ਬੰਨ੍ਹ ਦਾ ਅਰਥ ਹੈ ਕਿ ਮੈਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦੀ ਜੰਜੀਰ ਬੰਨ੍ਹ ਲਈ, ਸੁਰਤ ਮੇਰੀ ਜੁੜ ਗਈ। ਹੁਣ ਮਨ ਨਾ ਡਿਗੇ ਤਨ ਕਾਹੇ ਕੋ ਡਲਾਏ, ਚਰਨ ਕਮਲ ਚਿਤ ਰਹਿਓ ਸਮਾਏ। ਮੇਰਾ ਮਨ ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ 'ਚ ਜੁੜ ਗਿਆ, ਤੇ ਹੁਣ ਮੇਰਾ ਮਨ ਕਦੀ ਡੋਲਦਾ ਹੀ ਨਹੀਂ ਹੈ। ਜੇ ਮਨ ਨਹੀਂ ਡੋਲਦਾ ਤੇ ਤਨ ਕਰਕੇ ਮੈਂ ਅਡੋਲ ਹੋ ਗਿਆ, ਤਨ ਕਰਕੇ ਵੀ ਕੋਈ ਚਿੰਤਾ ਨਹੀਂ ਹੈ। ਜਿਉਂ-ਜਿਉਂ ਮੈਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਗੁਣਾਂ ਦੀ ਇੱਕ ਇਹੋ ਜਿਹੀ ਲਹਿਰ ਆਈ, ਮੇਰੇ ਅੰਦਰ ਗੁਣ ਇਹੋ ਜਿਹੇ ਪ੍ਰਗਟ ਹੋਏ ਕਿ ਮੇਰੀਆਂ ਸਾਰੀਆਂ ਜ਼ੰਜੀਰਾਂ ਟੁੱਟ ਗਈਆਂ। ਜਿਉਂ-ਜਿਉਂ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਮਨੁੱਖ,
ਉਹਦੇ ਅੰਦਰ ਅਨੁਭਵ ਪ੍ਰਕਾਸ਼ ਪੈਦਾ ਹੁੰਦਾ ਹੈ, ਉਹਦੇ ਅੰਦਰ ਆਤਮਿਕ ਗਿਆਨ ਪੈਦਾ ਹੁੰਦਾ ਹੈ। ਉਹ ਆਤਮਿਕ ਗਿਆਨ ਕਿੰਨਾ ਮਹਾਨ ਹੈ। ਦੇਖੋ, ਬਾਹਰਲੀ ਜਾਣਕਾਰੀ ਮੁਬਾਰਕ ਹੈ, ਜਿਹਨੂੰ ਆਪਾਂ ਇਨਫੋਰਮੇਸ਼ਨ ਕਹਿੰਦੇ ਆ, ਦੁਨਿਆਵੀ ਕਿਤਾਬਾਂ ਚੋਂ, ਲਾਇਬ੍ਰੇਰੀਆਂ ਤੋਂ ਜਿਹੜੀ ਮਿਲਦੀ ਹੈ, ਇਹ ਵੀ ਦੁਨੀਆ 'ਚ ਰਹਿੰਦੀਆਂ ਜ਼ਰੂਰੀ ਹੈ, ਜ਼ਿੰਦਗੀ ਦਾ ਇੱਕ ਪਹਿਲਾ ਕਦਮ ਹੈ, ਲੇਕਿਨ ਇਹ ਗਿਆਨ ਨਹੀਂ ਹੈ। ਗਿਆਨ ਜਦੋਂ ਆ ਜਾਏ ਕੀ ਹੁੰਦਾ ਹੈ, ਗਿਆਨ ਦੇ ਅੱਗੇ ਕੀ ਕੁਝ ਵਾਪਰਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਦੇਖੋ ਭਾਈ, ਗਿਆਨ ਕੀ ਆਈ ਆਂधी, ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨ ਮਾਇਆ ਬਾਂधी, ਦੁਚਿੱਤੇ ਕੀ ਦੁਥੂਨ ਬਿਰਾਨੀ, ਮੋਹ ਬਲੇਡਾ ਟੂਟਾ, ਤ੍ਰਿਸ਼ਨਾ ਛਾਨ ਪਰੀ ਧਰ ਉਪਰ ਦੁਰਮਤ ਭਾਂਡਾ ਫੂਟਾ। ਆ ਜਿਹੜੀਆਂ ਜੰਜੀਰਾਂ ਸਨ, ਇੱਥੇ ਇੱਕ ਛੰਨ ਦਾ ਅਲੰਕਾਰ ਦਿੱਤਾ ਕਿ ਜਿਵੇਂ ਇੱਕ ਛੰਨ ਹੁੰਦੀ ਹੈ ਨਾ, ਉਹਦੇ ਵਿੱਚ ਆਪਾਂ ਬੈਠੇ ਹੋਏ ਹਾਂ, ਹਨੇਰੀ ਆਉਂਦੀ ਤੇ ਛੰਨ ਜਿਵੇਂ ਉੱਡ ਜਾਂਦੀ ਹੈ ਨਾ, ਇਵੇਂ ਗਿਆਨ ਦੀ ਇੱਕ ਹਨੇਰੀ ਹੁੰਦੀ ਹੈ, ਉਹਦੇ ਅੱਗੇ ਤ੍ਰਿਸ਼ਨਾ ਭੱਜ ਜਾਂਦੀ ਹੈ, ਜੰਜੀਰ ਤ੍ਰਿਸ਼ਨਾ ਦੀ ਟੁੱਟ ਗਈ। ਉਹਦੇ ਅੱਗੇ ਦੁਰਮਤ ਭੱਜ ਜਾਂਦੀ ਹੈ, ਦੁਰਮਤ ਦੀ ਜੰਜੀਰ ਟੁੱਟ ਗਈ। ਆਪਾਂ ਦੁਰਮਤਵਾਸੀ ਮਾੜੇ ਕਰਮ ਕਰਦੇ ਹਾਂ ਨਾ, ਉਹਦੇ ਅੰਦਰ ਜੋ ਮੋਹ ਮਾਇਆ ਜਿਹੜੀ ਐਨ ਉੱਡ ਜਾਂਦੀ ਹੈ, ਖਤਮ ਹੋ ਜਾਂਦੀ। ਪਰ ਕਦੋਂ? ਜਦੋਂ ਅੰਦਰੋਂ ਗਿਆਨ ਦੀ ਲਹਿਰ ਪੈਦਾ ਹੁੰਦੀ ਹੈ। ਗਿਆਨ ਦੀ ਲਹਿਰ ਉਦੋਂ ਪੈਦਾ ਹੋਏਗੀ ਜਿਉਂ-ਜਿਉਂ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਵਾਹਿਗੁਰੂ ਜੀ ਦੀ ਬੰਦਗੀ ਜੁੜਾਂਗੇ। ਗੁਰਮਤਿ ਨੇ ਸਾਨੂੰ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਤਮਿਕ ਤੌਰ ਤੇ ਜਾਗਣ ਦੀ ਗੱਲ ਕਹੀ ਹੈ। ਜਦੋਂ ਅਸੀਂ ਪੂਰਨ ਤੌਰ ਤੇ ਜਾਗਰੂਕ ਹੋ ਜਾਵਾਂਗੇ, ਅੰਦਰੋਂ ਅਵੇਅਰ ਹੋ ਜਾਵਾਂਗੇ, ਅੰਦਰ ਸਾਡੇ ਅਨੁਭਵ ਆ ਜਾਏਗਾ, ਅਸੀਂ ਲੋਕਾਂ ਦੇ ਮਗਰ ਇਵੇਂ ਕਹਿ ਲੋ ਭੇਡ ਚਾਲ ਨਹੀਂ ਚੱਲਾਂਗੇ। ਧਰਮ ਦੀ ਦੁਨੀਆ 'ਚ ਬਹੁਤੀ ਦੁਨੀਆ ਭੇਡ ਚਾਲ ਚੱਲਦੀ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ। ਜਿਸ ਬੰਨੇ ਕਰਮਕਾਂਡੀਆਂ ਨੇ ਪਾਇਆ ਨਾ, ਉਹਦੇ ਤੇ ਭੀੜਾਂ ਹੀ ਲੱਗ ਜਾਂਦੀਆਂ ਨੇ। ਭੀੜਾਂ ਤੁਸੀਂ ਦੇਖ ਲਓ, ਆਪਣੇ ਵੀ ਕਈ ਇਹੋ ਜਿਹੇ ਸਥਾਨ ਬਣ ਗਏ ਜਿੱਥੇ ਭੀੜਾਂ ਹੀ ਨਹੀਂ। ਉੱਥੇ ਭੀੜਾਂ ਕਿਉਂ ਨੇ? ਕਿ ਉੱਥੇ ਇੱਕ ਜ਼ੰਜੀਰ ਤਿਆਰ ਕਰ ਦਿੱਤੀ ਗਈ ਕਿ ਇੱਥੇ ਤੁਸੀਂ 31 ਦਿਨ ਆਓਗੇ ਤੇ ਤੁਹਾਡੀ ਕਾਮਨਾ ਪੂਰੀ ਹੋਗੀ। ਜ਼ੰਜੀਰ ਪਾ ਲਈ ਉਹਨਾਂ ਨੇ ਗੱਲ 'ਚ। ਉੱਥੇ ਭੀੜਾਂ ਇਸ ਲਈ ਨੇ ਇਹ ਕਿਹਾ ਗਿਆ ਕਿ ਇੱਥੇ ਇੰਨੇ ਦਿਨ ਆ ਕੇ ਸੇਵਾ ਕਰੋਗੇ ਤੇ ਤੁਹਾਡੀ ਆਹ ਕਾਮਨਾ ਪੂਰੀ ਹੋਏਗੀ। ਜ਼ੰਜੀਰ ਬੜੀ ਬੜੀ ਦੂਰੋਂ ਖਿੱਚ ਕੇ ਲੈ ਆਉਂਦੀ ਹੈ ਬੰਦੇ ਨੂੰ, ਦਿਖਦੀ ਨਹੀਂ ਇਹ ਜ਼ੰਜੀਰ। ਇਸ ਕਰਕੇ ਉਹ ਫਿਰ ਜ਼ੰਜੀਰਾਂ ਖਿੱਚੀ ਚਲੀਆਂ ਜਾਂਦੀਆਂ ਨੇ। ਤੇ ਇਹਨਾਂ ਜ਼ੰਜੀਰਾਂ ਤੋਂ ਮੁਕਤ ਹੋਣ ਦੇ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਕੋ ਇੱਕ ਤਰੀਕਾ ਹੈ, ਉਹ ਤਰੀਕਾ ਹੈ ਗਿਆਨ। ਜਿਉਂ-ਜਿਉਂ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜੋਗੇ, ਤੁਹਾਡੇ ਅੰਦਰੋਂ ਔਗਣ ਮਿਟਦੇ ਚਲੇ ਜਾਣਗੇ, ਤੁਹਾਡੇ ਅੰਦਰੋਂ ਮੈਲ ਮਿਟਦੀ ਜਾਏਗੀ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਜਿਵੇਂ ਲੈਂਪ ਦਾ ਸ਼ੀਸ਼ਾ ਸਾਫ਼ ਕਰੋ ਤੇ ਚਾਨਣ ਬਾਹਰ ਨਜ਼ਰ ਆਉਂਦਾ ਹੈ, ਜੋਤ ਨਜ਼ਰ ਆਉਂਦੀ ਹੈ। ਜਿਉਂ-ਜਿਉਂ ਵਾਹਿਗੁਰੂ ਜੀ ਦੇ ਪਿਆਰ ਜੁੜਾਂਗੇ, ਆਪਾਂ ਨਿਰਮਲ ਕਰਮ ਕਰਾਂਗੇ, ਸਾਡੇ ਅੰਦਰੋਂ ਦੁਰਮਤ ਮਿਟੇਗੀ, ਦੁਰਮਤ ਦਾ ਭਾਂਡਾ ਟੁੱਟਦਾ ਚਲਿਆ ਜਾਏਗਾ, ਸਾਡੇ ਅੰਦਰੋਂ ਤ੍ਰਿਸ਼ਨਾ ਮੁੱਕਦੀ ਚਲੀ ਜਾਏਗੀ, ਸਾਡੇ ਅੰਦਰੋਂ ਅਗਿਆਨਤਾ ਮੁੱਕਦੀ ਚਲੀ ਗਈ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਅੰਦਰ ਅਸੀਂ ਜਾਗਰੂਕ ਹੋ ਜਾਵਾਂਗੇ। ਜਦੋਂ ਅਸੀਂ ਜਾਗਰੂਕ ਹੋਵਾਂਗੇ ਨਾ, ਫਿਰ ਅਸੀਂ ਭੀੜ ਨਾਲ ਨਹੀਂ ਜਾਵਾਂਗੇ ਕਿ ਫਲਾਣਾ ਕਹਿੰਦਾ ਇੱਧਰ ਜਾਓ ਤੇ ਜਾਓ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਜੇ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਕਵਕੜ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ। ਫਿਰ ਅਸੀਂ ਇੱਕ ਵਿਲੱਖਣ ਰਸਤਾ ਚੁਣਾਂਗੇ। ਅਸੀਂ ਦੇਖਾ ਦੇਖੀ ਦੇ ਮਾਰਗ ਤੇ ਨਹੀਂ ਚੱਲਾਂਗੇ ਕਿ ਫਲਾਣੇ ਨੇ ਕਿਹਾ ਇੱਧਰ ਚਲੋ, ਅਸੀਂ ਨਹੀਂ ਚੱਲਾਂਗੇ। ਜ਼ਿਆਦਾਤਰ ਧਰਮ ਦੀ ਦੁਨੀਆ 'ਚ ਦੇਖਾ ਦੇਖੀ ਆਪਾਂ ਚੱਲਦੇ ਹਾਂ। ਇੰਨੇ ਲੋਕ ਜਾਂਦੇ ਨੇ, ਸਾਨੂੰ ਵੀ ਜਾਣਾ ਚਾਹੀਦਾ ਹੈ। ਉਹ ਕਿਹੜੇ ਐਵੇਂ ਜਾਂਦੇ ਨੇ ਜਿੱਥੇ ਇੰਨੇ ਲੋਕ ਜਾਂਦੇ ਨੇ, ਇਹੀ ਆਪਾਂ ਕਹਿੰਦੇ ਨਾ। ਉਹ ਫਲਾਣੇ ਨੇ ਕੀਤਾ ਸੀ, ਦੱਸੋ ਐਵੇਂ ਕਮਲਾ ਹੀ ਹੈ, ਸਾਨੂੰ ਤੁਸੀਂ ਕਰਨੀ ਨਹੀਂ ਦਿੰਦੇ। ਸਾਰੇ ਹੀ ਕਰਦੇ ਨੇ, ਫਲਾਣੇ ਥਾਂ ਤੇ ਗਏ ਉੱਥੇ ਵੀ ਹੁੰਦੇ, ਫਲਾਣੇ ਥਾਂ ਗਏ ਉੱਥੇ ਵੀ। ਇਹ ਅਸੀਂ ਦਲੀਲਾਂ ਦਿੰਦੇ ਹਾਂ। ਦਲੀਲ ਦਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ, ਗੁਰਬਾਣੀ ਕੀ ਕਹਿੰਦੀ ਹੈ। ਆਪਾਂ ਕਹਿੰਦੇ ਜੀ ਤੁਸੀਂ ਗੁਰਬਾਣੀ ਦੇ ਅਰਥ ਕਰਦੇ, ਫਲਾਣੇ ਥਾਂ ਤੇ ਸਹੀ ਵੀ ਦੇਖਿਆ ਸੀ, ਤੁਸੀਂ ਪਤਾ ਨਹੀਂ ਨਵੀਂ ਗੱਲ ਕਰਦੇ ਹੋ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਜੇ ਆਪਾਂ ਜ਼ਿੰਦਗੀ 'ਚ ਆਨੰਦ ਮੰਨਣਾ ਹੈ, ਇੱਕੋ ਇੱਕ ਤਰੀਕਾ ਹੈ, ਗੰਗਾ ਜਲ ਗੁਰ ਗੋਬਿੰਦ ਨਾਮ। ਪਰਮਾਤਮਾ ਦੇ ਨਾਮ ਰੂਪੀ ਜਲ ਦੀ ਗੰਗਾ 'ਚ ਇਸ਼ਨਾਨ ਕਰੀਏ। ਹਰ ਰੋਜ਼ ਅੰਤਰਗਤ ਤੀਰਥ ਮਲ ਨਾਓ। ਆਪਣੇ ਅੰਤਰਾਤਮੇ ਦੇ ਤੀਰਥ ਤੇ ਇਸ਼ਨਾਨ ਕਰਿਆ ਕਰੋ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਵਕ ਮਾਤੇ। ਆ ਸਤ ਸੰਗਤ ਰੂਪ ਸਰੋਵਰ 'ਚ ਇਸ਼ਨਾਨ ਕਰਿਆ ਕਰੋ। ਜਦੋਂ ਤੁਸੀਂ ਇਸ ਗੰਗਾ ਜਲ ਗੁਰੂ ਗੋਬਿੰਦ ਨਾਮ ਨਾਲ ਜੁੜ ਗਏ, ਫਿਰ ਗੰਗਾ ਕੀ ਲਹਿਰ ਇੱਕ ਆਏਗੀ, ਤੁਹਾਡੇ ਅੰਦਰ ਗੁਣਾਂ ਦੀ ਇੱਕ ਲਹਿਰ ਆਏਗੀ। ਉਹ ਗੁਣਾਂ ਦੀ ਲਹਿਰ ਤੁਹਾਡੀਆਂ ਸਾਰੀਆਂ ਜ਼ੰਜੀਰਾਂ ਅੰਧ ਵਿਸ਼ਵਾਸ ਦੀਆਂ ਕੱਢ ਦੇਵੇਗੀ। ਫਿਰ ਦੁਨੀਆ ਤੁਹਾਨੂੰ ਭਾਵੇਂ ਉਧਰ ਲਗਾਉਣਾ ਵੀ ਚਾਹੇਗੀ, ਤੁਸੀਂ ਕਹੋ ਜੀ ਨਹੀਂ, ਸਾਡਾ ਮਨ ਨਹੀਂ ਮੰਨਦਾ, ਸਾਡੀ ਜ਼ਮੀਰ ਆਗਿਆ ਨਹੀਂ ਦਿੰਦੀ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਮੇਸ਼ਾ ਤੁਹਾਡੇ ਦੁੱਖਾਂ 'ਚ ਮਦਦਗਾਰ ਬਣਨਾ ਪ੍ਰਮਾਤਮਾ ਦੇ ਨਾਮ ਨੇ। ਨਾਮ ਤੋਂ ਬਿਨਾਂ ਕੋਈ ਕਰਮ ਕਾਂਡ, ਕੋਈ ਅੰਧ ਵਿਸ਼ਵਾਸ, ਕੋਈ ਕਬਰ, ਕੋਈ ਮੂਰਤੀ, ਕੋਈ ਮਨੁੱਖ ਤੁਹਾਡਾ ਮਦਦਗਾਰ ਨਹੀਂ ਬਣ ਸਕਦਾ। ਇਸ ਕਰਕੇ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਵਾਰੰਵਾਰ ਸਾਨੂੰ ਇਹ ਗੱਲ ਕੀ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਕੇਵਲ ਇੱਕ ਪ੍ਰਮਾਤਮਾ ਦਾ ਸਿਮਰਨ ਕਰੋ, ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਿਰਤ ਕਰੋ,
ਕਿਰਤ ਕਰਦਿਆਂ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਹੈ ਉਹ ਵੰਡ ਕੇ ਛਕੋ। ਮਨੁੱਖਤਾ ਦੀ ਸੇਵਾ ਕਰਦੇ ਨਾਮ ਜਪੋ, ਕਿਰਤ ਕਰੋ ਤੇ ਕਿ ਵੰਡ ਕੇ ਛਕੋ। ਇਹ ਗੁਰਮਤਿ ਦਾ ਮਾਰਗ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭਗਤ ਜੀ ਦੇ ਇਹ ਪਵਿੱਤਰ ਬਚਨ ਬੜੇ ਇਨਕਲਾਬੀ ਬਚਨ ਨੇ ਕਿ ਕਰਮ ਕਾਂਡਾਂ ਦੀਆਂ ਜੰਜੀਰਾਂ ਤੋਂ ਆਪਾਂ ਕਿਵੇਂ ਬਚੇ ਹਾਂ ਤੇ ਕਿਵੇਂ ਬਚਣਾ ਹੈ। ਸਤਿਗੁਰੂ ਜੀ ਮਿਹਰ ਕਰਨੀ ਸਾਡੇ ਹਿਰਦਿਆਂ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪਿਆਰ ਰੱਖਣ। ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਜੀ। ਪਿਆਰ ਸਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ